सत श्री अकाल जी। मैं जोशन शर्मा मैनेजिंग डायरैक्टर ऑफ JS प्रोडक्शन ਦਾ ਜੀ। ਤੇ ਅੱਜ ਮੈਨੂੰ ਇੱਕ ਮੈਸੇਜ ਦੇ ਥਰੂ ਸੋਸ਼ਲ ਨੈਟਵਰਕਿੰਗ ਦੇ ਉੱਤੇ ਮੈਨੂੰ ਪਤਾ ਲੱਗਿਆ ਸੀ ਕਿ ਬਠਿੰਡਾ ਟੀਚਰ ਹੋਮ ਦੇ ਵਿੱਚ ਬਠਿੰਡਾ ਫੈਸਟੀਵਲ ਫਿਲਮ ਫੈਸਟੀਵਲ ਕੀਤਾ ਜਾ ਰਿਹਾ ਤੇ ਬਹੁਤ ਵਧੀਆ ਪਲੇਟਫਾਰਮ ਹੈ। ਤੇ ਜਿਹੜੀਆਂ ਚੀਜ਼ਾਂ ਨੂੰ ਆਪਾਂ ਵੀ ਬੰਬੇ ਜਾਂ ਦਿੱਲੀ ਤੱਕ ਆਪਾਂ ਜਾ ਕੇ ਇੱਕ ਵਿਜ਼ਿਟ ਕਰਦੇ ਸੀ ਜਾਂ ਉੱਥੇ ਇੱਕ ਪਾਰਟੀਸਪੇਸ਼ਨ ਕਰਦੇ ਸੀ ਤੇ ਉਹ ਚੀਜ਼ਾਂ ਹੁਣ ਬਠਿੰਡਾ ਦੇ ਵਿੱਚ ਹੋਣ ਲੱਗ ਗਈਆਂ ਤੇ ਮੈਨੂੰ ਲੱਗਦਾ ਕਿ ਬਹੁਤ ਵਧੀਆ ਉਪਰਾਲਾ ਕੀਤਾ ਜਿਨ੍ਹਾਂ ਨੇ ਵੀ ਐਜ਼ ਏ ਪ੍ਰਾਈਮ ਬਾਕਸ ਇੰਡੀਆ ਵਾਲਿਆਂ ਨੇ ਇਹ ਫਿਲਮ ਫੈਸਟੀਵਲ ਕੀਤਾ ਸੀਗਾ ਟੀਚਰ ਹੋਮ ਦੇ ਵਿੱਚ। ਉਹਦੇ ਵਿੱਚ ਬਹੁਤ ਸਾਰੀਆਂ ਫਿਲਮਾਂ ਵੀ ਆਈਆਂ ਤੇ ਵਿਨਿੰਗ ਅਵਾਰਡਸ ਵੀ ਦਿੱਤੇ ਗਏ ਤੇ ਜੂਰੀ ਪੈਨਲਸ ਵੀ ਸੀਗੇ, ਬੜੇ ਅੱਛਾ ਰਿਸਪੌਂਸ ਰਿਹਾ। ਤੇ ਹੁਣ ਮੈਨੂੰ ਲੱਗਦਾ ਕਿ ਬਠਿੰਡੇ ਵਾਲਿਆਂ ਨੂੰ ਪਹਿਲਾਂ ਐਜ਼ ਏ ਬੈਕਵਰਡ ਸੋਚ ਵਾਲੇ ਕਿਹਾ ਜਾਂਦਾ ਸੀ, ਪਰ ਹੁਣ ਬੈਕਵਰਡ ਸੋਚ ਨਹੀਂ, ਹੁਣ ਐਜ਼ ਏ ਮੈਨੂੰ ਲੱਗਦਾ ਬੰਬੇ ਤੋਂ ਅੱਗੇ ਤੱਕ ਇਹ ਜਾਊਗਾ ਬਠਿੰਡਾ। ਜਿਹੜੀਆਂ ਚੀਜ਼ਾਂ ਬੰਬੇ ਦਿੱਲੀ ਤੱਕ ਜਿਹੜੀਆਂ ਚੀਜ਼ਾਂ ਹੁੰਦੀਆਂ ਸੀ ਉਹ ਹੁਣ ਬਠਿੰਡਾ ਦੇ ਵਿੱਚ ਹੋਣ ਲੱਗ ਗਈਆਂ। ਤੁਸੀਂ ਆਲਮੋਸਟ ਦੇਖਦੇ ਹੀ ਹੋਵੋਗੇ ਕਿ ਵੀ ਪੰਜਾਬੀ ਐਂਡ ਬਾਲੀਵੁੱਡ ਐਕਟਰਾਂ ਦੀਆਂ ਜਿਹੜੀਆਂ ਫਿਲਮਾਂ ਹੁੰਦੀਆਂ ਤਾਂ ਐਜ਼ ਏ ਇੱਧਰਲੇ ਏਰੀਏ ਦੇ ਵਿੱਚ ਆਪਣੇ ਬਠਿੰਡਾ ਮਾਲਵਾ ਏਰੀਏ ਦੇ ਵਿੱਚ ਹੋਣ ਲੱਗ ਗਈਆਂ। ਤੇ ਜਿਹੜੇ ਹੁਣ ਉਹੀ ਚੀਜ਼ਾਂ ਫਿਲਮਾਂ ਬਣਨੀਆਂ ਤੇ ਬਣਨ ਤੋਂ ਬਾਅਦ ਅਵਾਰਡ ਆਫ ਫੰਕਸ਼ਨ ਉਹ ਹੁਣ ਬਠਿੰਡਾ ਦੇ ਵਿੱਚ ਹੋਣ ਲੱਗ ਗਏ। ਤੇ ਮੇਰੇ ਲਈ, ਕਿਉਂਕਿ ਮੈਂ ਆਪ ਖੁਦ ਬਠਿੰਡਾ ਤੋਂ ਬਿਲੋਂਗ ਕਰਦਾ, ਮੇਰਾ ਹੋਮ ਟਾਊਨ ਹੈ, ਤੇ ਮੇਰੇ ਲਈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿ ਵੀ ਇਹ ਚੀਜ਼ਾਂ ਹੁਣ ਬਠਿੰਡਾ ਦੇ ਵਿੱਚ ਸਟਾਰਟ ਹੋ ਗਈਆਂ। ਤੇ ਬਾਬਾ ਮਿਹਰ ਕਰੇ ਇਹਨਾਂ ਨੂੰ ਚਾਰ ਚੰਨ ਲਾਵੇ ਤੇ ਸਾਡੀਆਂ ਆਉਣ ਵਾਲੀਆਂ ਫਿਲਮਾਂ ਵੀ ਤੇ ਜਿਨ੍ਹਾਂ ਦੀਆਂ ਸਕਰੀਨਿੰਗ ਅਸੀਂ ਚੰਡੀਗੜ੍ਹ ਦਿੱਲੀ ਜਾ ਕੇ ਕਰਦੇ ਹਾਂ ਤੇ ਉਹ ਸਾਡੇ ਹੁਣ ਆਪਦੇ ਸ਼ਹਿਰ ਦੇ ਵਿੱਚ ਹੋਣਗੀਆਂ। हाँ जी, मैं हरपाल सिंह पाली गीतां वाला और फिल्म फैसटीवल करवा रहे हैं ਆਪਾਂ ਬਠਿੰਡੇ, ਮਤਲਬ ਚੱਲ ਰਿਹਾ ਹੈਗਾ। ਐਜ਼ ਏ ਮੀਡੀਆ ਕੋਆਰਡੀਨੇਟਰ ਮੈਨੂੰ ਵੀ ਇਹਦੇ ਵਿੱਚ ਨਾਲ ਜੁੜਨ ਦਾ ਮੌਕਾ ਮਿਲਿਆ ਔਰ ਸੰਧੂ ਸਾਹਿਬ ਦਾ ਇਹ ਬਹੁਤ ਵਧੀਆ ਉਪਰਾਲਾ ਹੈਗਾ ਜੋ ਸਾਡੇ ਮਾਲਵੇ ਦੇ ਵਿੱਚ ਮੇਰੇ ਖਿਆਲ 'ਚ ਨੇੜੇ ਤੇੜੇ ਮੈਂ ਨਹੀਂ ਦੇਖਿਆ ਸੀ ਇਹ ਵੀ ਸ਼ਾਰਟ ਫਿਲਮਸ ਨੂੰ ਕਿਤੇ ਕੋਈ ਪਲੇਟਫਾਰਮ ਮਿਲਿਆ ਹੋਵੇ ਔਰ ਇਹਦੇ ਜ਼ਰੀਏ ਬਹੁਤ ਅੱਛਾ ਪਲੇਟਫਾਰਮ ਮਿਲਿਆ ਹੈਗਾ ਸ਼ਾਰਟ ਫਿਲਮ ਮੇਕਰਸ ਨੂੰ। ਔਰ ਅੱਗੇ ਵੀ ਇਹ ਕੋਸ਼ਿਸ਼ ਰਹੂਗੀ ਕਿ ਇਹ ਜਿਹੜਾ ਮੇਲਾ ਹੈਗਾ ਆਪਾਂ ਕੰਟੀਨਿਊ ਕਰਾਉਂਦੇ ਰਹੀਏ ਤਾਂ ਕਿ ਜੋ ਫਿਲਮਸ ਨੇਗੀਆਂ ਜ਼ਿਆਦਾ ਤੋਂ ਜ਼ਿਆਦਾ ਸ਼ਾਰਟ ਫਿਲਮਸ ਉੱਭਰ ਕੇ ਆਉਣ ਔਰ ਅੱਛੀ ਕਲਾਤਮਕ ਫਿਲਮਾਂ ਲੋਕਾਂ ਦੇ ਦੇਖਣ ਨੂੰ ਮਿਲ ਸਕਣ। हाँ जी, मेरा नाम सुमनदीप सिंह है जी। मैं फतेहगढ़ साहब तो बिलोंग करदा ते साडी प्रोडक्शन टीम है जी खरड़ तो जी। तो अज दा फैसटीवल है बड़ा वधिया मन लगदा, मेरा पहला फिल्म फैसटीवल है तो बहुत वधिया महसूस हो रहा। ਜਿਹੜੇ ਬੰਦੇ ਨੇ ਸਾਡੀ ਫਿਲਮ ਦੇਖੀ ਆ ਰਿਸੈਪਸ਼ਨ ਉਹਨਾਂ ਦੇ ਰਿਵਿਊ ਵੀ ਹੁਣ ਤੱਕ ਵਧੀਆ ਆ ਰਹੇ ਨੇ। ਬਾਕੀ ਵੀ ਜਿੰਨੀਆਂ ਅਸੀਂ ਮੂਵੀਜ਼ ਦੇਖੀਆਂ ਨੇ ਬਹੁਤ ਸੋਹਣੇ ਰਿਵਿਊ ਆਏ ਨੇ ਉਹਨਾਂ ਦੇ, ਮਤਲਬ ਬਹੁਤ ਸੋਹਣੀਆਂ ਫਿਲਮਾਂਕਣ ਹੋਈਆਂ ਨੇ। ਤੇ ਮੈਂ ਇੱਥੇ ਆਉਣ ਦਾ ਮੇਰਾ ਮਕਸਦ ਸੀਗਾ, ਮੈਂ ਅਮਰਦੀਪ ਗਿੱਲ ਸਰ ਦੀ ਪੋਸਟ ਦੇਖੀ ਸੀਗੀ ਇੰਸਟਾਗ੍ਰਾਮ 'ਤੇ, ਉਹਨਾਂ ਨੇ ਪਾਇਆ ਸੀਗਾ ਇਹ, ਤੇ ਉਹ ਤੋਂ ਬਾਅਦ ਮੈਂ ਇੱਥੇ ਆਇਆ ਜੀ, ਆਪਣੀ ਸ਼ਾਰਟ ਮਤਲਬ ਸਬਮਿਟ ਕਰਵਾਈ ਤੇ ਇੱਥੇ ਆਇਆ ਜੀ। ਮੈਂ ਆਪਣੇ ਬੜੇ ਸਬਰ ਨਾਲ ਤੇ ਸ਼ਾਂਤੀ ਨਾਲ ਇਸ ਸਮਾਰੋਹ ਦੇ ਵਿੱਚ ਆਪਣੀ ਹਾਜ਼ਰੀ ਭਰੀ ਹੈ। ਤਾਂ ਕਿਰਪਾ ਕਰਕੇ ਰਿਜ਼ਲਟ ਦੀ ਸਕਰੀਨਿੰਗ ਹੋ ਜਾਣ ਤੋਂ ਬਾਅਦ ਹਾਲ ਦੇ ਵਿੱਚ ਹੀ ਬੈਠੇ ਜਾਓ ਜੀ। ਦੇਖੋ ਹੁਣ ਤਾਂ ਭਵਿੱਖ ਸੁਨਹਿਰੀ ਲੱਗ ਰਿਹਾ ਕਿਉਂਕਿ ਚੈਨਲ ਕਾਫੀ ਆ ਗਏ ਨੇ ਤੇ OTT ਇੱਕ ਅਜਿਹਾ ਪਲੇਟਫਾਰਮ ਆ ਜਿਹਨੇ ਮਤਲਬ ਜਿਵੇਂ ਕਹਿੰਦੇ ਵੀ ਹਰੇਕ ਫਿਲਮਾਂ ਦੇ ਵਿੱਚ ਪਹਿਲਾਂ ਪੰਜਾਬੀਆਂ ਦੇ ਵਿੱਚ ਸੇਮ ਫੁੱਫੜ ਸੇਮ ਚਾਚੇ ਮਾਮੇ ਉਹੀ ਦਿਖਦੇ ਸੀ, ਪਰ OTT ਪਲੇਟਫਾਰਮ ਨੇ ਤੇ ਨਵੀਆਂ ਫਿਲਮਾਂ ਨੇ ਨਵੇਂ ਕਿਰਦਾਰਾਂ ਨੂੰ ਨਵੇਂ ਕਰੈਕਟਰਾਂ ਨੂੰ ਵੀ ਮੌਕਾ ਦਿੱਤਾ ਜੀ। ਤੇ ਥੀਏਟਰ ਆਰਟਿਸਟਾਂ ਦੇ ਲਈ ਇੱਕ ਸੁਨਹਿਰੀ ਮੌਕਾ ਹੁਣ ਆਉਣ ਵਾਲਾ ਯੁੱਗ ਉਹਨਾਂ ਦਾ ਹੀ ਆ। अगली फिल्म है तू हाँ, डायरेक्टर नेम विक्टर सिंह, प्रोडक्शन हाउस अलाप कमल प्रोडक्शंस। ਹੁਣ ਮੈਂ ਬੇਨਤੀ ਕਰੂੰਗਾ ਡਾਕਟਰ ਸਮੇਲ ਸਿੰਘ ਸਿੱਧੂ ਜੀ ਨੂੰ ਤੇ ਸ਼੍ਰੀ ਰਜੀਵ ਅਰੋੜਾ ਜੀ ਨੂੰ ਕਿਰਪਾ ਕਰਕੇ ਮੰਚ ਤੇ ਆਉਣ ਦੀ ਅਸੀਂ ਉਹਨਾਂ ਦਾ ਸਨਮਾਨ ਕਰਦੇ ਹਾਂ। ਸਾਡੇ ਅੱਜ ਦੇ ਮੁੱਖ ਮਹਿਮਾਨ ਆਕਾਸ਼ਵਾਣੀ FM ਬਠਿੰਡਾ ਦੇ ਸਟੇਸ਼ਨ ਡਾਇਰੈਕਟਰ ਸ਼੍ਰੀ ਰਾਜੀਵ ਅਰੋੜਾ ਜੀ ਅਤੇ ਉੱਘੇ ਇਤਿਹਾਸਕਾਰ ਡਾਕਟਰ ਸਮੇਲ ਸਿੰਘ ਸਿੱਧੂ ਜੀ। ਅਸੀਂ ਧੰਨਵਾਦੀ ਹਾਂ ਅੱਜ ਦੇ ਆਨਰੇਬਲ ਗੈਸਟ
ਡਾਕਟਰ ਸੁਮੇਰ ਸਿੰਘ ਸਿੱਧੂ ਤੇ ਸ਼੍ਰੀ ਰਾਜੀਵ ਅਰੋੜਾ ਦਾ ਕਿ ਉਹ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਡੀ ਇਸ ਮੰਚ ਨੂੰ ਆਪਣੀ ਪ੍ਰੈਜ਼ੈਂਸ ਨਾਲ ਨਿਸ਼ਾਨ ਆਏ ਨੇ। ਥੈਂਕ ਯੂ ਸੋ ਮਚ ਸਰ ਫॉर योर वर्दी प्रेजेंस। ਸਰ ਪਲੀਜ਼ ਸਾਹਮਣੇ। ਬਹੁਤ ਬਹੁਤ ਧੰਨਵਾਦ ਸ਼੍ਰੀ ਰਾਜੀਵ ਅਰੋੜਾ ਜੀ। ਇਹਨਾਂ ਨੂੰ ਸਾਡੇ ਬਠਿੰਡਾ ਜਾਂ ਆਸ-ਪਾਸ ਦੇ ਇਲਾਕੇ ਵਿੱਚ ਜਿੱਥੋਂ ਤੱਕ ਵੀ ਆਕਾਸ਼ਵਾਣੀ FM ਬਠਿੰਡਾ ਦੀ ਆਵਾਜ਼ ਜਾਂਦੀ ਹੈ ਤਾਂ ਮੈਨੂੰ ਲੱਗਦਾ ਕਿ ਕੋਈ ਹੋਊਗਾ ਇਹੋ ਜਿਹਾ ਬੱਚਾ ਜਾਂ ਨੌਜਵਾਨ ਜਾਂ ਬਜ਼ੁਰਗ ਜਿਹੜਾ ਇਹਨਾਂ ਬਾਰੇ ਨਹੀਂ ਜਾਣਦਾ। ਤਾਂ ਹੁਣ ਮੈਂ ਅਰੋੜਾ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਆਪਣੇ ਮਨ ਤੇ ਕੋਈ ਬਲਵੇ ਜਾਂ ਉਹ ਕੋਈ ਦੋ ਸ਼ਬਦ ਸਾਡੇ ਨਾਲ ਸਾਂਝੇ ਕਰਨੇ ਚਾਹੋ। ਸ਼੍ਰੀ ਰਾਜੀਵ ਅਰੋੜਾ ਜੀ। ਧੰਨਵਾਦ ਜੀ, ਬਹੁਤ ਬਹੁਤ। ਹਾਜ਼ਰੀਨ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ ਔਰ ਗੁਲਾਮ। ਇੱਕ ਹੀ ਗੱਲ ਕਹੀ ਹੈ ਕਿ ਅੱਜ ਦੇ ਇਸ ਲਘੂ ਫਿਲਮ ਉਤਸਵ ਦੇ ਜਿਹੜੇ ਆਯੋਜਕ ਹੈ, ਇੱਕ ਵਾਰ ਫਿਰ ਇਹਨਾਂ ਸਾਰਿਆਂ ਲਈ ਬਹੁਤ ਜ਼ੋਰਦਾਰ ਤਾੜੀਆਂ। और उम्मीद करते हैं कि ये जी लड़ी है ये हम कदे टुटूगी नहीं। सालाना या 6 महीनों बाद कोई ना कोई इस तरह की इवेंट है जी वो चलती रहेगी। तो मैडम अमृत गिल वर्गे सादे पुछते लोग जो साढ़े नाल है तो सानू फाइनांसिस की कोई कमी आने नहीं देंगे, ये सानू उम्मीद है। क्योंकि अजे ये नवा एक उपराला है तो इस करके हो सकता है कि जो स्पॉन्सर्स होंगे उन्होंने ये नहीं पता होता कि इस चोण का फायदा है कि नहीं है। पर अमृत मैम मेरा ख्याल है गल्लां तो उत्ते उठ के ये सारियां गल्लां करते हैं। सो आने वाले समय दे विच मैं समझदा कि जदों ये साडा उपराला हिट हो गया, वैसे अज भी हिट है, जिहड़ा दर्शकों को देखते हैं कितनी आराम नाल धीरज नाल इत्थे बैठे है और ये बहुत ही वधिया उपराला। और मैं ते डॉक्टर सिद्धू ने बहुता विश्लेषण नहीं किया क्योंकि ये काम जजेस के हिस्से सीगा। ਅਸੀਂ ਤਾਂ ਦਰਸ਼ਕ ਬਣ ਕੇ ਅੱਜ ਦੇ ਇਸ ਫਿਲਮ ਉਤਸਵ ਦਾ ਲੁਤਫ ਲਿਆ ਔਰ ਇਸ ਸਾਰੇ ਪ੍ਰਬੰਧਕਾਂ ਨੂੰ, ਆਯੋਜਕਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਤੇ ਇਲਾਕਾ ਨਿਵਾਸੀਆਂ ਵੱਲੋਂ ਬਹੁਤ ਬਹੁਤ ਧੰਨਵਾਦ ਇਸ ਨਵੇਂ ਕਿਲੇ ਉਪਰਾਲੇ ਲਈ। ਬਹੁਤ ਬਹੁਤ ਧੰਨਵਾਦ ਸਰ। ਬਹੁਤ ਸ਼ੁਕਰੀਆ ਜੀ। ਹੁਣ ਅਸੀਂ ਸਨਮਾਨ ਕਰ ਰਹੇ ਹਾਂ ਸਾਡੇ ਅੱਜ ਦੇ ਮੁੱਖ ਮਹਿਮਾਨ ਡਾਕਟਰ ਸਮੇਰ ਸਿੰਘ ਸਿੱਧੂ ਜੀ, ਉੱਘੇ ਇਤਿਹਾਸਕਾਰ ਨੇ। डॉक्टर स्मेर सिंह सिद्धू जी। बेनती करांगा डॉक्टर साहब नूं जिहड़े साडे हाज़री दर्शक लेके हैं, डॉक्टर स्मेर सिंह सिद्धू जी। प्यारे दोस्तों, फिल्म फैसटिवल इस शहर के होराइजन के उत्ते या दुमेल के उपर इस शहर की एक वक्री कलात्मक विधा के विच भी पछाण बनाने के लिए एक बहुत निगर कदम चुकया गया। मैं शहर के वासियों वालों कि बठिंडा थिएटर की बहुत बड़ी थां थिएटर फैसटिवल होंगे ने, कला मेला लगता है, लिटरेरी फेस्टिवल होंगे ने, पुस्तक मेला लगता है। तो सिर्फ एक फिल्म के फॉर्मैट में फिल्म की विधा के लिए जोड़ा ये मेला लाने का उद्यम तुसीं कीता है, उहदे लई सारी टीम का तुहाडे जिन्ने भी इत्थे फिल्म मेकर्स ने अपनियां एंट्रीज भेजियां ने उन्हां दा ते दर्शकों का धन्यवाद तो है ही, बहुत बधाई भी है कि ये सारियां धिरां के सहयोग तो बिना ਇਹਦੇ ਵਿੱਚ ਇੱਕ ਵੀ ਪਾਸੇ ਤੋਂ ਕੋਈ ਟੂਲ ਰਹਿ ਜਾਏ ਤਾਂ ਇਹ ਗੱਲ ਫਿਰ ਨਿਰਦੀ ਨਹੀਂ ਸੀ। ਮੈਂ ਸਮਝਦਾ ਕਿ ਜਿਸ ਤਰ੍ਹਾਂ ਦੇ ਨਾਲ ਬੜੇ ਸੰਜਮ ਦੇ ਨਾਲ ਔਰ ਬੜੇ ਡਿਸਪਲਿਨ ਦੇ ਨਾਲ ਆਡੀਅנס ਨੇ ਵੀ ਜਿਵੇਂ ਫਿਲਮਾਂ ਨੂੰ ਵੇਖਿਆ ਹੈ, ਮੈਂ ਸਮਝਦਾ ਕਿ ਸਾਡੀ ਆਡੀਅנס ਵੀ ਬਹੁਤ ਸਿਆਣੀ ਤੇ ਪਰਪੱਕ ਹੋ ਰਹੀ ਹੈ। ਇੱਕ ਵਾਰ ਤਾੜੀਆਂ ਆਡੀਅנס ਨੂੰ ਆਪਣੇ ਲਈ ਮਾਰੋ। ਅਖੀਰ ਦੇ ਵਿੱਚ ਮੈਨੂੰ ਬਾਰ-ਬਾਰ ਬਲਰਾਜ ਸਾਹਨੀ ਸਾਹਿਬ ਯਾਦ ਆ ਰਹੇ ਸਨ। शायद 20वीं सदी के सब तो महान पंजाबी कलाकार सब तरह के नाम, वो लेखक भी सन, ड्रामाटिस्ट भी सन, फिल्म एक्टर भी सन। वो जिस किस्म के वो शख्स सन, जुबान के नाल उन्होंने जिन्ना प्यार सी, साहित्य के नाल, होरां दे नाल ते पंजाब के अंदर वो जिस किस्म की एक सभ्याचारक मुहिम नूं खड़ा करना चाहते सन,
ਬੰਬਈ ਤੋਂ ਆਪਣਾ ਸਾਰਾ ਕੁਝ ਛੱਡ ਕੇ ਤੇ ਪੰਜਾਬ ਜਿਵੇਂ ਉਹ ਆ ਕੇ ਇਹਨਾਂ ਗੱਲਾਂ ਨੂੰ ਅੱਗੇ ਤੋਰਨਾ ਚਾਹੁੰਦੇ ਸਨ ਕਿ ਕੋਈ ਨਾ ਸਹੀ ਗੱਲ ਕੋਈ 40-50 ਸਾਲਾਂ ਬਾਅਦ ਹੀ ਸਹੀ ਹੌਲੀ ਹੌਲੀ ਇਹ ਉਹਨਾਂ ਦਾ ਵੀ ਸੁਪਨਾ ਅੱਗੇ ਵਧ ਰਿਹਾ ਹੈ। ਤੇ ਮੈਂ ਉਹਨਾਂ ਦੀ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਜਿਹੜੀ ਕਿ ਇਸ ਮੇਲੇ ਦੇ ਰਾਹੀਂ ਸਾਹਮਣੇ ਵੀ ਆਈ ਹੈ, ਸਾਬਿਤ ਹੁੰਦੀ ਹੈ। ਉਹਨਾਂ ਦਾ ਲਗਾਤਾਰ ਇਹ ਗਿਲਾ ਸੀ ਕਿ ਜਿੰਨਾ ਸਾਡੇ ਦੇਸ਼ ਦਾ ਸੱਭਿਆਚਾਰਕ ਪੱਖ ਮਜ਼ਬੂਤ ਹੈ ਵੱਖ-ਵੱਖ ਖੇਤਰਾਂ ਦਾ, ਉਹਦੇ ਲਈ ਉਨਾ ਚਿਰ ਤੱਕ ਭਾਰਤੀ ਸਿਨੇਮਾ ਤਰੱਕੀ ਨਹੀਂ ਕਰ ਸਕਦਾ ਜਿੰਨਾ ਚਿਰ ਤੱਕ ਕਿ ਵੱਖ-ਵੱਖ ਖੇਤਰੀ ਜ਼ੁਬਾਨਾਂ ਦੇ ਵਿੱਚ ਉੱਥੋਂ ਦੀਆਂ ਆਪਣੀਆਂ ਫਿਲਮਾਂ ਬਣਨੀਆਂ ਸ਼ੁਰੂ ਨਹੀਂ ਹੁੰਦੀਆਂ। ਇੱਕ ਗੱਲ ਤੇ ਦੂਜੀ ਗੱਲ ਕਿ ਜੇ ਫਿਲਮਾਂ ਬਣਾਉਣ ਦਾ ਤੇ ਕਲਾਕਾਰਾਂ ਦਾ ਸੈਂਟਰ ਜੇ ਬੰਬਈ ਹੀ ਰਿਹਾ ਤਾਂ ਇਹਨੇ ਤੇ ਇੱਕ ਆਪਣਾ ਗਿਲਾਫ ਚਾੜ ਦੇਣਾ ਹੁੰਦਾ ਹੈ। ਇਹ ਕਿਤੇ ਨਾ ਕਿਤੇ ਉਹ ਇਹ ਕਹਿ ਰਹੇ ਸਨ ਕਿ ਵੱਖ-ਵੱਖ ਸੂਬਿਆਂ ਦੀਆਂ ਭਾਸ਼ਾਈ ਖਿੱਤਿਆਂ ਦੀਆਂ ਆਪਣੀਆਂ ਫਿਲਮ ਸੜਕਾਂ ਵਿਕਸਿਤ ਹੋਣੀਆਂ ਚਾਹੀਦੀਆਂ ਨੇ ਜੇ ਵਾਕਈ ਅਸੀਂ ਕਲਾਤਮਕ ਪੱਖੋਂ ਕੋਈ ਰੀਅਲਿਸਟਿਕ ਸਿਨੇਮਾ ਖੜਾ ਕਰਨਾ ਹੈ। ਤੇ ਮੈਂ ਇੱਥੇ ਜਿਹੜੀ ਗੱਲ ਵੇਖ ਰਿਹਾ ਸੀ ਕਿ ਭਦੌੜ ਤੋਂ ਨੇ ਐਂਟਰੀਆਂ, ਬਰਨਾਲਾ, ਪਟਿਆਲਾ, ਬਠਿੰਡਾ, ਮੋਗਾ, ਇੱਕ ਇਹੋ ਜਿਹੇ ਸੈਂਟਰ ਨੇ ਇੱਕ ਇਸ ਕਿਸਮ ਦੇ ਨਿਊਜ਼ੀਲੈਂਡ ਦੀ ਫਿਲਮਾਂ ਬਣਦੀਆਂ ਨੇ ਪਰ ਪੰਜਾਬੀ ਫਿਲਮਾਂ ਵੀ ਆਈਆਂ ਨੇ। ਮੈਂ ਉਹਨਾਂ ਦਾ ਵੀ ਸਵਾਗਤ ਕਰਦਾ। ਇਸ ਗੱਲ ਨੇ ਮੈਨੂੰ ਇਸ ਪਾਸੋਂ ਵੀ ਦਿੱਤੀ ਕਿ ਇੱਕ ਇਹ ਐਸਾ ਮੰਚ ਹੈ ਕਿ ਜਿੱਥੇ ਇਹ ਸਾਡਾ ਜੋ ਪ੍ਰਤਿਭਾਵਾਂ ਨੇ ਇਸ ਕਿਸਮ ਦੀਆਂ ਉਹ ਆਪਣੀ ਗੱਲ ਕਹਿਣ ਦੇ ਲਈ ਜਿਹੜੀਆਂ ਅੱਗੇ ਆ ਰਹੀਆਂ ਨੇ, ਇਹਦੇ ਨਾਲ ਵੀ ਪੰਜਾਬੀ ਸੱਭਿਆਚਾਰ ਨੂੰ ਉਹਦੀਆਂ ਵੱਖ-ਵੱਖ ਕਲਾਤਮਕ ਵਿਧਾਵਾਂ ਨੂੰ ਹੋਰ ਰੌਸ਼ਨੀ ਮਿਲੇ ਤੇ ਬਠਿੰਡਾ ਇਸ ਸਾਰੇ ਉਦਮ ਦੇ ਇੱਕ ਮਰਕਜ਼ ਦੇ ਵਜੋਂ ਦੁਬਾਰਾ ਤੋਂ ਖੜਾ ਹੋਵੇ। ਮੈਂ ਇਸ ਦੁਆ ਦੇ ਨਾਲ ਇਸ ਸਾਰੀ ਟੀਮ ਦੀ, ਸਪਾਂਸਰਸ ਦੀ ਮੈਂ ਬਹੁਤ ਸ਼ਲਾਘਾ ਕਰਦਾ ਹਾਂ ਔਰ ਬਹੁਤ ਸ਼ੁਕਰਾਨਾ ਕਰਦਾ ਕਿ ਤੁਸੀਂ ਇੱਥੇ ਸਾਨੂੰ ਸੱਦਾ ਦਿੱਤਾ। ਵੈਸੇ ਸਾਡਾ ਫਰਜ਼ ਸੀ, ਵੈਸੇ ਵੀ ਆਉਣਾ ਸੀ, ਪਰ ਬਹੁਤ ਮਿਹਰਬਾਨੀ। ਮੈਂ ਬਹੁਤਾ ਸਮਾਂ ਨਾ ਲਵਾਂ ਪਰ ਬਹੁਤ ਸ਼ੁਭ ਇਛਾਵਾਂ ਦੇ ਨਾਲ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਦੇ ਨਾਲ ਮੈਂ ਪ੍ਰਬੰਧਕਾਂ ਨੂੰ ਦੁਬਾਰਾ ਤੋਂ ਮੁਬਾਰਕਬਾਦ ਦਿੰਦਾ। ਸਾਨੂੰ ਜਿਨ੍ਹਾਂ ਨੇ ਟੈਕਨੀਕਲ ਸਪੋਰਟ ਦਿੱਤੀ, ਡ੍ਰੀਮਲੈਂਡ ਫਿਲਮ ਸਿਟੀ ਬੁਲਾਡੇਵਾਲਾ, ਬਲਵਿੰਦਰ ਸਿੰਘ ਗਿੱਲ ਜੀ, ਮੈਂ ਚਾਹਾਂਗਾ ਕਿ ਸਟੇਜ ਤੇ ਆਉਣ ਕਿਰਪਾ ਕਰਕੇ। ਇਹਨਾਂ ਦੇ ਸਹਿਯੋਗ ਤੋਂ ਬਿਨਾਂ ਵੀ ਪਹਿਲਾ ਬਠਿੰਡਾ ਫਿਲਮ ਫੈਸਟੀਵਲ ਜਿਹੜਾ ਉਹ ਸੰਭਵ ਨਹੀਂ ਸੀ। ਤਾਂ ਇਹ ਵੀ ਸਾਡੀ ਟੀਮ ਦੇ ਨਾਲ ਬੜੀ ਮਿਹਨਤ ਨਾਲ ਸ਼ੁਰੂ ਤੋਂ ਹੀ ਜੁੜੇ ਹੋਏ ਨੇ। ਜਦੋਂ ਤੋਂ ਅਸੀਂ ਸੋਚਿਆ ਵੀ ਬਠਿੰਡਾ ਫਿਲਮ ਫੈਸਟੀਵਲ ਕਰਵਾਇਆ ਜਾਵੇ। ਬਹੁਤ ਧੰਨਵਾਦ ਗਿੱਲ ਸਾਹਿਬ। ਡ੍ਰੀਮਲੈਂਡ ਫਿਲਮ ਸਿਟੀ ਬਠਿੰਡਾ ਬਾਰੇ ਤੁਸੀਂ ਸਾਰੇ ਜਾਣਦੇ ਹੋਵੋਗੇ। ਮੁਕਤਸਰ ਰੋਡ ਤੇ ਭੁਲਾਡੇਵਾਲਾ ਪਿੰਡ ਦੇ ਵਿੱਚ ਇਹਨਾਂ ਨੇ ਬੜੀ ਹੀ ਅੱਛੀ ਫਿਲਮ ਸਿਟੀ ਦਾ ਨਿਰਮਾਣ ਕੀਤਾ ਹੈ, ਜਿੱਥੇ ਕਈ ਤਰ੍ਹਾਂ ਦੇ ਸੈੱਟ ਹੈ ਜਿਹੜੇ ਉਹ ਉਪਲਬਧ ਨੇ। ਖਾਸ ਤੌਰ ਤੇ ਸ਼ਾਰਟ ਫਿਲਮਾਂ ਬਣਾਉਣ ਦੇ ਲਈ ਤਾਂ ਉਹ ਜਗ੍ਹਾ ਬੜੀ ਹੀ ਅੱਛੀ। ਪ੍ਰੋਜੈਕਟਰ ਦੀ ਸਪੋਰਟ ਤੇ ਸੀ ਸਾਡੇ ਬੇਟਾ ਕਰਨ ਤੇ ਗੁਰਫਤਿਹ, ਤੁਸੀਂ ਬੇਟਾ ਅੱਜ ਸਟੇਜ ਤੇ ਇਹਨਾਂ ਨੇ ਸਮਾਂ ਦਿੱਤਾ ਹੈ। आज बेटा ਇਹ ਸਟੂਡੈਂਟਸ ਨੇ ਅਜੇ ਪੜ੍ਹਾਈ ਕਰ ਰਹੇ ਨੇ। ਇਹਨਾਂ ਨੇ ਵੀ ਅੱਜ ਆਪਦਾ ਸੰਡੇ ਜਿਹੜਾ ਹੈ ਉਹ ਪਹਿਲੇ ਬਠਿੰਡਾ ਫਿਲਮ ਫੈਸਟੀਵਲ ਦੇ ਲੇਖੇ ਲਾਇਆ। ਬਹੁਤ ਮਿਹਰਬਾਨੀ ਬੱਚੋ। ਤਾਂ ਹੁਣ बहुत शुक्रिया, बहुत मेहरबानी। रणजीत भी 2 मिनट बाद कहना थोड़ा बड़ा टाइम नहीं लेना, बह जाओ यार करेंगे। ਤੁਹਾਡੇ ਤੋਂ ਕੋਈ ਟਿਕਟ ਵੀ ਨਹੀਂ ਲੈ ਰਹੇ। ਇਹ ਵੱਖਰੀ ਗੱਲ ਹੈ ਕਿ ਤੁਸੀਂ ਪੌਪਕਾਰਨ ਨਹੀਂ ਇੱਥੇ ਬਾਹਰੋਂ ਲੈ ਕੇ ਖਾ ਸਕਦੇ, ਪਰ ਸਿਨੇਮਾ ਜਿਹੜਾ ਉਹ ਇਦਾਂ ਹੀ ਜਨਮ ਲੈਂਦਾ ਤੇ ਇਦਾਂ ਹੀ ਅੱਗੇ ਵੱਧਦਾ। ਸਤੰਬਰ ਦਾ ਮਹੀਨਾ ਸੀ, 1975 ਸੀ। ਪੁਖਰਾਜ ਸਿਨੇਮੇ ਦੇ ਵਿੱਚ ਸ਼ੋਲੇ ਚੌਥੇ 5ਵੇਂ ਹਫ਼ਤੇ ਲੱਗੀ ਸੀ, ਚੱਲ ਰਹੀ ਸੀ। ਮੈਂ ਆਪਦੇ ਬਾਪੂ ਨਾਲ ਦੇਖਣ ਗਿਆ ਸੀ। ਬਾਪੂ ਦੇ ਸਾਈਕਲ ਦੇ ਡੰਡੇ ਤੇ
ਤੌਲੀਆ ਲਪੇਟਿਆ ਹੋਇਆ ਸੀ, ਮੈਂ ਉਹਦੇ ਤੇ ਬੈਠਾ ਸੀ, 7 ਸਾਲਾਂ ਦਾ ਸੀਗਾ ਮੈਂ ਉਸ ਟਾਈਮ। ਜਿਵੇਂ ਸਿਨੇਮਾ ਉਦੋਂ ਦੇਖਿਆ ਸੀ ਉਵੇਂ ਹੀ ਅੱਜ ਦੇਖਦਾ ਮੈਂ ਸਿਨੇਮਾ। ਅੱਜ ਮੈਂ 53 ਸਾਲਾਂ ਦਾ, ਅੱਜ ਵੀ ਮੈਂ ਸਿਨੇਮਾ ਉਵੇਂ ਹੀ ਦੇਖਦਾ ਜਿਵੇਂ ਮੈਂ 7 ਸਾਲਾਂ ਦੇ ਨੇ ਦੇਖਿਆ ਸੀ। ਉਨੀ ਕਿਉਰਿਓਸਿਟੀ ਨਾਲ, ਉਨੀ ਦਿਲਚਸਪੀ ਨਾਲ, ਉਨੇ ਇੰਟਰਸਟ ਦੇ ਨਾਲ। ਉਹ ਫਿਲਮ ਚਾਹੇ ਕਿਸੇ ਦੀ ਵੀ ਬਣਾਈ ਵੀ ਆ, ਮੇਰੇ ਲਈ ਫਿਲਮ ਹੀ ਬਹੁਤ ਵੱਡੀ ਗੱਲ ਆ। ਜਿੱਥੇ ਫਿਲਮ ਸ਼ਬਦ ਆ ਗਿਆ ਉੱਥੇ ਜੋ ਮਰਜ਼ੀ ਕਰਾ ਲਓ ਮੇਰੇ ਤੋਂ। ਰਣਜੀਤ ਨੂੰ ਮੈਂ ਨਹੀਂ ਜਾਣਦਾ, ਅੱਜ ਪਹਿਲੀ ਵਾਰੀ ਸ਼ਕਲ ਤੋਂ ਅੱਜ ਦੇਖਿਆ ਮੈਂ ਉਹਨੂੰ। ਮੈਨੂੰ ਬਹੁਤ ਫੋਨ ਆਏ ਤਾਂ ਅਸੀਂ ਡੇਟ ਰੱਖੀ। ਸਾਰੇ ਭਰਾ ਨੇ, ਛੋਟੇ ਵੱਡੇ। ਛੋਟੇ ਆ ਜਿਹੜੇ ਬਹੁਤ ਪਿਆਰੇ ਨੇ, ਜਿਹੜੇ ਵੱਡੇ ਨੇ ਉਹ ਬਹੁਤ ਸਤਿਕਾਰਯੋਗ ਨੇ। ਬਹੁਤ ਸਾਰੀਆਂ ਜਿਹੜੀਆਂ ਬਠਿੰਡੇ ਦੀਆਂ ਸਭਾਵਾਂ ਨੇ ਇੱਥੇ ਜਿਹੜੀਆਂ ਸਮਾਜਿਕ ਕੰਮ ਕਰ ਰਹੀਆਂ ਨੇ, ਮੇਰਾ ਉਹਨਾਂ ਨਾਲ ਕੋਈ ਬੋਲਾ ਵਾਹ ਵਾਸਤਾ ਨਹੀਂ ਰਹਿੰਦਾ। ਅਸੀਂ ਥੋੜ੍ਹੇ ਜਿਹੇ ਗੈਰ ਸਮਾਜਿਕ ਬੰਦੇ ਹਾਂ, ਇਸ ਕਰਕੇ ਮਾਫ਼ ਕਰਨ ਜੇ ਉਹ ਮੈਨੂੰ ਪਹਿਲੀ ਵਾਰੀ ਦੇਖ ਰਹੇ ਨੇ ਜਾਂ ਮੈਂ ਉਹਨਾਂ ਨੂੰ ਪਹਿਲੀ ਵਾਰੀ ਦੇਖ ਰਿਹਾ। ਪਰ ਸਤਿਕਾਰ ਪਿਆਰ ਮੇਰੇ ਲਈ ਓਨਾ ਹੀ ਹੈ, ਕਿਉਂਕਿ ਜਿੱਥੇ ਬਠਿੰਡਾ ਸ਼ਬਦ ਆ ਜਾਂਦਾ ਉੱਥੇ ਮੇਰੇ ਲਈ ਬਾਕੀ ਸਾਰੇ ਸ਼ਬਦ ਆ ਜਿਹੜੇ ਉਹ ਫਿੱਕੇ ਪੈ ਜਾਂਦੇ ਨੇ। ਮੇਰੇ ਬੈਨਰ ਦਾ ਨਾਂ ਵੀ ਬਠਿੰਡੇ ਵਾਲੇ 22 ਫਿਲਮਸ ਆ। ਜੋਰਾ 10 ਨੰਬਰ ਆ। ਦੋਨੇ ਫਿਲਮਾਂ ਜਿਹੜੀਆਂ ਬਠਿੰਡੇ ਵਾਲੇ 22 ਫਿਲਮਸ ਦੇ ਅੰਡਰ ਹੀ ਬਣੀਆਂ ਨੇ। ਮੈਂ ਇੱਥੋਂ ਦਾ ਹੀ ਰਹਿਣ ਵਾਲਾ। ਆ ਜਿਹੜਾ ਹੈਗਾ ਟੀਚਰ ਹੋਮ, ਇਹ ਸਾਡੀ ਕਰਮ ਭੂਮੀ ਆ, ਸਾਡੀ ਨਾਟਸ਼ਾਲਾ, ਸਾਡੀ ਪਾਠਸ਼ਾਲਾ। ਸਤਪਾਲ ਬਰਾੜ, ਚਾਹੇ ਰਾਜੀਵ ਅਰੋੜਾ ਸਾਹਿਬ, ਚਾਹੇ ਹਰਪਾਲ, ਚਾਹੇ ਤੁਸੀਂ ਸਾਰੇ, ਗੁਰਸੇਵਕ ਮੇਰਾ ਛੋਟਾ ਭਰਾ, ਸਾਰੇ ਮੇਰੇ ਹੀ ਨੇ, ਆਪਣੇ ਨੇ। ਇਹ ਮੈਂ ਜਿਹੜਾ ਹੈਗਾ ਟੀਚਰ ਹੋਮ, ਇਹ ਮੈਂ ਬਣਦਾ ਵੇਖਿਆ। ਮੈਂ ਇੱਥੇ ਬਹੁਤ ਪ੍ਰੋਗਰਾਮ ਕੀਤੇ ਨੇ, ਅਸੀਂ ਆਪ ਹੀ ਬੌਕਰ ਮਾਰ ਕੇ ਇੱਥੇ ਕੁਰਸੀਆਂ ਵਿਛਾਈਆਂ ਨੇ, ਦਰੀਆਂ ਵਿਛਾਈਆਂ ਨੇ। ਇਸ ਸਾਰੇ ਕਾਸੇ ਦੇ ਲਈ ਮੇਰਾ ਵੱਡਾ ਭਰਾ ਅੱਜ ਸਾਡੇ ਵਿੱਚ ਹਾਜ਼ਰ ਹੈ ਨਹੀਂ, ਟੋਨੀ ਬਾਤਿਸ਼। ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ ਬਹੁਤ ਜ਼ਿਆਦਾ, ਜਿਨ੍ਹਾਂ ਨੇ ਸਾਨੂੰ ਇਸ ਸਾਰੇ ਕਾਸੇ ਦੀ ਜਾਗ ਲਾਈ। ਜਦੋਂ ਮੈਂ ਸਿਨੇਮਾ ਬਣਾਉਣ ਬਾਰੇ ਸੋਚਿਆ ਤਾਂ ਮੈਂ ਪਹਿਲੀ ਫਿਲਮ ਸ਼ਾਰਟ ਫਿਲਮ ਹੀ ਬਣਾਈ ਸੀ। ਸੋਚਿਆ ਮੈਂ 7 ਸਾਲ ਦੀ ਉਮਰ 'ਚ ਹੀ ਸੀ। ਤੁਸੀਂ ਬਹਿ ਸਕਦੇ ਹੋ ਸਾਰੇ, ਮੈਂ ਥੋੜ੍ਹੇ ਜਿਹੇ 5 ਮਿੰਟ ਲੈ ਸਕਦਾ। ਮੈਂ 7 ਸਾਲ ਦੀ ਉਮਰ ਦੇ ਵਿੱਚ ਹੀ ਇਹ ਗੱਲ ਪੁੱਛੀ ਸੀ ਸ਼ੋਲੇ ਫਿਲਮ ਦੇਖ ਕੇ ਬਾਹਰ ਨਿਕਲ ਕੇ। ਸ਼ੋਲੇ ਫਿਲਮ ਇਸ ਕਰਕੇ ਯਾਦ ਆ ਮੈਨੂੰ ਕਿਉਂਕਿ ਉਹ ਫਿਲਮ ਸੀ ਜਿਹੜੀ ਮੈਂ ਪੂਰੀ ਦੇਖੀ ਸੀ। ਅਦਰਵਾਈਜ਼ ਮੈਂ ਨਾਨਕ ਨਾਮ ਜਹਾਜ਼ ਹੈ ਬਾਪੂ ਹੋਰਾਂ ਨੂੰ ਵਿੱਚੋਂ ਠਾ ਲਿਆਇਆ ਸੀ। ਫਿਰ ਮਨਜੀਤ ਤੇ ਜਗਜੀਤ ਦੇਖਣ ਗਏ ਸੀ ਬਾਪੂ ਬੇਬੇ ਹੋਰੇ, ਉਹਨਾਂ ਨੂੰ ਵੀ ਠਾ ਲਿਆ ਸੀ ਮੈਂ ਵਿੱਚੋਂ। ਤੇ ਮੈਨੂੰ ਬਾਪੂ ਹੋਰੇ ਕਹਿੰਦੇ ਹੁੰਦੇ ਆ ਕਿ ਹੁਣ ਤੂੰ ਵੱਡਾ ਫਿਲਮ ਹੀ ਬਣਿਆ ਫਿਰਦਾ, ਸਾਨੂੰ ਤੂੰ ਪਹਿਲਾਂ ਫਿਲਮਾਂ ਦੇਖਣ ਨਹੀਂ ਦਿੱਤੀਆਂ, ਵਿੱਚੋਂ ਹੀ ਠਾ ਲਿਆਇਆ ਸੀ। ਪਰ ਮੈਂ ਉਦੋਂ ਹੀ ਦੱਸਤਾ ਸੀ ਇਹ ਗੱਲ ਕਿ ਮੈਂ ਫਿਲਮ ਮੇਕਰ ਬਣੂੰਗਾ, ਔਰ ਫਿਲਮ ਮੇਕਰ ਹੀ ਬਣਨਾ। ਔਰ ਫਿਲਮ ਮੇਕਰ ਕਿਵੇਂ ਬਣਨਾ ਇਹ ਮੈਂ ਆਪਦੇ ਰਾਹ ਆਪ ਕੱਢੇ। ਮੈਂ ਬਤੌਰ ਕਵੀ ਜਾਂ ਆਪਣਾ ਛੋਟਾ ਮੋਟਾ ਨਾਮ ਬਣਾਇਆ, ਜਾਂ ਛੋਟਾ ਮੋਟਾ ਗੀਤਕਾਰ ਦੇ ਤੌਰ 'ਤੇ ਨਾਮ ਬਣਾਇਆ, ਰਾਈਟਰ ਦੇ ਤੌਰ 'ਤੇ ਨਾਮ ਬਣਾਇਆ, ਮਾੜਾ ਮੋਟਾ ਨਾਮ ਬੰਦੇ ਦੇ ਤੌਰ 'ਤੇ ਵੀ ਬਣਾਇਆ। ਪਰ ਫਿਲਮ ਮੇਕਰ ਬਣਨਾ ਮੇਰਾ ਮੁੱਖ ਉਦੇਸ਼, ਮੁੱਖ ਮਕਸਦ ਸੀ। ਔਰ ਅੱਜ ਮੈਂ ਫਿਲਮ ਮੇਕਰ ਹਾਂ। ਮੈਂ ਬੰਬੇ ਰਹਿਣਾ, ਮੈਂ ਫਿਲਮਾਂ ਬਣਾਉਣਾ। ਪਰ ਪਹਿਲੀ ਫਿਲਮ ਜਿਹੜੀ ਮੈਂ ਬਣਾਈ ਸੀ ਉਹ ਸ਼ਾਰਟ ਫਿਲਮ ਸੀ। ਸੁੱਤਾ ਨਾਗ, ਰਾਮ ਸਰੂਪ ਅਣਖੀ ਹੋਰਾਂ ਦੀ ਕਹਾਣੀ 'ਤੇ ਮੇਰੇ ਪਿਤਾ ਸਮਾਨ, ਮੇਰੇ ਸਤਿਕਾਰਯੋਗ ਬਜ਼ੁਰਗ ਰਾਮ ਸਰੂਪ ਅਣਖੀ ਸਾਹਿਬ ਦੀ ਕਹਾਣੀ ਸੀ ਸੁੱਤਾ ਨਾਗ। YouTube 'ਤੇ ਉਹ ਫਿਲਮ ਹੈ। ਫਿਰ ਸੈਕਿੰਡ ਫਿਲਮ ਬਣਾਈ ਮੈਂ ਖੂਨ, ਉਹ ਵੀ ਮੇਰੇ ਸਤਿਕਾਰਯੋਗ ਨੇ ਗੁਰਬਚਨ ਸਿੰਘ ਭੁੱਲਰ, ਉਹਨਾਂ ਦਾ ਪਿੰਡ ਪਿੱਥੋਂ ਆ, ਵੈਸੇ ਰਹਿੰਦੇ ਉਹ ਦਿੱਲੀ ਆ। ਉਹਨਾਂ ਦੀ ਕਹਾਣੀ ਖੂਨ, ਉਹਦੇ 'ਤੇ ਬਣਾਈ। ਫਿਰ ਇੱਕ ਸ਼ਾਰਟ ਫਿਲਮ ਹਿੰਦੀ ਦੇ ਵਿੱਚ ਬਣਾਈ ਮਾਂ। ਫਿਰ ਇੱਕ ਫਿਲਮ ਮੈਂ ਬਣਾਈ ਨਿਰੂਪਮਾ ਦੱਤ ਦੀ ਕਵਿਤਾ ਹੈ ਕਾਲੀ ਔਰਤ, ਉਹਦੇ 'ਤੇ ਇੱਕ 2-3 ਮਿੰਟ ਦੀ ਫਿਲਮ ਬਣਾਈ। ਫਿਰ ਪਿੱਛੇ ਜੇ ਮੈਂ PTC ਖਾਤਰ 1984 ਦੇ ਪੀਰੀਅਡ ਦੇ ਬਾਰੇ, ਸਾਡੇ ਖਾੜਕੂ ਸੰਘਰਸ਼ ਦੇ ਬਾਰੇ ਮੈਂ ਫਿਲਮ ਬਣਾਈ ਸੀ ਰਾਤ। ਅਤੇ
ਜੋਰਾ 10 ਨੰਬਰੀਆ, ਜੋਰਾ ਪਾਰਟ 2, ਮਰ ਜਾਣੇ, ਇਹਦੇ ਬਾਰੇ ਤੁਹਾਨੂੰ ਪਤਾ ਹੀ ਹੈ। ਮੈਂ ਆਪਣੀਆਂ ਫਿਲਮਾਂ ਦੀ ਜਾਂ ਆਪਣੀ ਜਿਹੜੀ ਆ ਉਹ ਪਬਲਿਸਿਟੀ ਕਰਨ ਦੇ ਲਈ ਨਹੀਂ ਆਇਆ ਇੱਥੇ। ਮੈਂ ਇਸ ਲਈ ਆਇਆ ਕਿ ਜਦੋਂ ਮੈਨੂੰ ਰਣਜੀਤ ਨੇ ਕਿਹਾ ਕਿ ਬਠਿੰਡਾ ਫਿਲਮ ਫੈਸਟੀਵਲ, ਇਹ ਗੱਲ ਹੀ ਮੈਨੂੰ ਬੜੀ ਵਧੀਆ ਲੱਗੀ ਵੀ ਬਠਿੰਡਾ ਫਿਲਮ ਫੈਸਟੀਵਲ, ਜਿਵੇਂ ਗੋਆ ਫਿਲਮ ਫੈਸਟੀਵਲ ਹੁੰਦਾ, ਜਿਵੇਂ ਟੋਰਾਂਟੋ ਫਿਲਮ ਫੈਸਟੀਵਲ ਹੁੰਦਾ, ਜਿਵੇਂ ਰਾਸ਼ਟਰੀ ਫਿਲਮ ਫੈਸਟੀਵਲ ਹੁੰਦਾ, ਜਿਵੇਂ ਬੰਬੇ ਫਿਲਮ ਫੈਸਟੀਵਲ ਹੁੰਦਾ, ਬਹੁਤ ਸਾਰੇ ਫਿਲਮ ਫੈਸਟੀਵਲ ਅਸੀਂ ਅਟੈਂਡ ਕਰਦੇ ਹਾਂ ਬਾਹਰ। ਪਰ ਬਠਿੰਡੇ ਦੇ ਨਾਲ ਫਿਲਮ ਫੈਸਟੀਵਲ ਸ਼ਬਦ ਜੁੜਿਆ, ਮੈਨੂੰ ਇਹ ਨਾਲ ਚੰਗਾ ਲੱਗਿਆ। ਮੈਂ ਰਜੀਤ ਬਾਈ ਨੂੰ ਕਹੀ ਜਾਂਦਾ ਸੀ ਪਹਿਲਾਂ, ਮੈਂ ਕਿਹਾ ਵੀ ਇਹ ਗੱਲ ਹੀ ਆਪਣੇ ਆਪ 'ਚ, ਸੁਮੇਲ ਨਾਲ ਮੈਂ ਗੱਲ ਕੀਤੀ ਕਿ ਗੱਲ ਹੀ ਆਪਣੇ ਆਪ 'ਚ ਇੰਨੀ ਪਿਆਰੀ ਹੈ। ਬਠਿੰਡਾ ਫਿਲਮ ਫੈਸਟੀਵਲ ਹੈ ਨਾ, ਬਠਿੰਡਾ ਕਿਸਾਨ ਮੇਲਾ ਹੈ ਨਾ, ਬਠਿੰਡਾ ਪੁਸਤਕ ਮੇਲਾ, ਬਠਿੰਡਾ ਸੱਭਿਆਚਾਰਕ ਮੇਲਾ, ਇਹ ਸਾਰੇ ਅਸੀਂ ਬਹੁਤ ਸੁਣੇ ਨੇ। ਪਰ ਬਠਿੰਡਾ ਫਿਲਮ ਫੈਸਟੀਵਲ ਮੇਰੇ ਲਈ ਬਹੁਤ ਜ਼ਿਆਦਾ ਪਿਆਰੀ ਗੱਲ ਸੀ। ਅਸੀਂ ਸੱਭਿਆਚਾਰ ਮੇਲਾ ਜਦੋਂ ਬਾਬਾ ਹਾਜੀ ਰਤਨ ਸ਼ੁਰੂ ਹੋਇਆ ਉਦੋਂ ਵੀ ਅਸੀਂ ਬਹੁਤ ਕੰਮ ਕੀਤਾ। ਫਿਰ ਮੈਂ ਬਠਿੰਡੇ ਤੋਂ ਛੱਡ ਕੇ ਮੈਂ ਆਪਦਾ ਕੰਮ ਬੰਬੇ, ਚੰਡੀਗੜ੍ਹ ਉੱਧਰ ਕਰਨ ਚਲਾ ਗਿਆ। ਅੱਜ ਮੈਨੂੰ ਲੱਗਦਾ 1.5-2 ਸਾਲ ਬਾਅਦ ਵਾਪਸ ਆਇਆ। ਬਹੁਤ ਸਾਰੇ ਨਵੇਂ ਚਿਹਰੇ ਵੀ ਦੇਖੇ, ਬਹੁਤ ਸਾਰੇ ਨਵੇਂ ਨਾਂ ਸੁਣੇ ਜਿਨ੍ਹਾਂ ਨੂੰ ਮੈਂ ਨਹੀਂ ਜਾਣਦਾ, ਪਰ ਉਹ ਵੀ ਸਾਰੇ ਮੇਰੇ ਹੀ ਨੇ। ਮੈਂ ਬਹੁਤ ਹੀ ਈਜ਼ੀਲੀ ਅਵੇਲੇਬਲ ਬੰਦਾ। ਮੈਂ ਜਦੋਂ ਰਣਜੀਤ ਨੂੰ ਕਿਹਾ ਕਿ ਯਾਰ ਜੇ ਤੂੰ ਬਠਿੰਡਾ ਫਿਲਮ ਫੈਸਟੀਵਲ ਤੇ ਮੈਨੂੰ ਬੁਲਾਉਣਾ, ਫਿਰ ਤਾਂ ਤੂੰ ਜੋ ਮਰਜ਼ੀ ਕਰਾ ਲੈ, ਕਿਉਂਕਿ ਤੂੰ ਉਹ ਕੰਮ ਕਰ ਰਿਹਾ ਜਿਹੜਾ ਮੈਨੂੰ ਦੁਨੀਆ ਦੇ ਵਿੱਚ ਸਭ ਤੋਂ ਵੱਧ ਪਸੰਦ ਹੈ। ਤੁਸੀਂ ਇਹ ਜੱਜ ਜਾਂ ਜਿਊਰੀ, ਇਹ ਬਹੁਤ ਛੋਟੀਆਂ ਗੱਲਾਂ ਨੇ। ਅਸੀਂ ਤਾਂ ਸੇਵਾਦਾਰ ਹਾਂ, ਫਿਲਮਾਂ ਦੇ, ਸਾਹਿਤ ਦੇ, ਸੰਗੀਤ ਦੇ, ਕਲਾ ਦੇ, ਥੀਏਟਰ ਦੇ ਸੇਵਾਦਾਰ ਹਾਂ ਅਸੀਂ। ਅੱਜ ਜਿਹੜੀਆਂ ਫਿਲਮਾਂ ਦਿਖਾਈਆਂ ਗਈਆਂ ਉਹਦੇ ਲਈ 2 ਮਿੰਟ ਦੀ ਗੱਲ ਮੈਂ ਇਹ ਕਰਨੀ ਚਾਹੂੰਗਾ ਕਿ ਪਹਿਲਾਂ ਤਾਂ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਸਿਨੇਮਾ ਹੁੰਦਾ ਕੀ ਹੈ। ਬੇਸਿਕਲੀ ਫਿਲਮ ਕੀ ਹੁੰਦੀ ਹੈ ਤੇ ਸਿਨੇਮਾ ਕੀ ਹੁੰਦਾ। ਤੁਸੀਂ ਬੱਚੇ ਹੋ, ਮੈਨੂੰ ਬਹੁਤ ਚੰਗੇ ਲੱਗਦੇ ਨੇ ਬੱਚੇ ਫਿਲਮਾਂ ਬਣਾਉਂਦੇ, ਖਾਸ ਕਰਕੇ ਮੁੰਡੇ ਛੋਟੇ ਛੋਟੇ ਮੋਬਾਈਲ ਨਾਲ ਫਿਲਮਾਂ ਬਣਾਉਂਦੇ, ਟੈਕਨੀਕਲੀ ਕੋਈ ਵਰਕ ਕਰਦੇ, ਟੈਕਨੀਸ਼ੀਅਨ ਦੇ ਤੌਰ 'ਤੇ ਸਿਨੇਮਾ ਖੇਤਰ 'ਚ ਕੰਮ ਕਰਦੇ। ਜਦੋਂ ਮੈਨੂੰ ਫੋਨ ਕਰਕੇ ਕਹਿੰਦੇ ਨੇ ਕਿ ਸਰ ਮੈਂ ਤੁਹਾਨੂੰ ਅਸਿਸਟ ਕਰਨਾ ਚਾਹੁੰਦਾ, ਮੈਨੂੰ ਬਾਹਲਾ ਚੰਗਾ ਲੱਗਦਾ, ਬਹੁਤ ਜ਼ਿਆਦਾ ਚੰਗਾ ਲੱਗਦਾ ਕਿ ਯਾਰ ਬੱਚਾ ਇੱਕ 20 ਸਾਲਾਂ ਦਾ ਜਾਂ ਕੋਈ ਬੱਚੀ ਹੈ ਸਾਡੀ ਧੀ ਆ, ਸਰ ਮੈਂ ਤੁਹਾਨੂੰ ਅਸਿਸਟ ਕਰਨਾ ਚਾਹੁੰਦੀ ਹਾਂ। ਮਤਲਬ ਉਹ ਐਕਟਰ ਬਣਨ ਦੀ ਗੱਲ ਨਹੀਂ ਕਰ ਰਹੇ, ਉਹ ਡਾਇਰੈਕਟਰ ਬਣਨ ਦੀ ਗੱਲ ਕਰ ਰਹੇ ਨੇ, ਜਾਂ ਉਹ ਆਰਟ ਡਾਇਰੈਕਟਰ, ਜਾਂ ਉਹ ਕਾਸਟਿਊਮ ਡਿਜ਼ਾਈਨਰ। ਮੇਰੇ ਲਈ ਇਹ ਸਾਰੇ ਹੀ ਬੱਚੇ ਬਹੁਤ ਪਿਆਰੇ ਨੇ, ਔਰ ਸੱਚਮੁੱਚ ਮੈਨੂੰ ਆਪਦੇ ਬੱਚਿਆਂ ਤੋਂ ਜ਼ਿਆਦਾ ਪਿਆਰੇ ਨੇ ਇਹ ਬੱਚੇ ਜਿਹੜੇ ਫਿਲਮਾਂ ਬਣਾਉਂਦੇ ਨੇ। ਮੈਨੂੰ ਬਹੁਤ ਚੰਗੇ ਲੱਗਦੇ ਨੇ। ਮੈਂ ਬਹੁਤ ਭਾਵੁਕ ਹਾਂ ਸਿਨੇਮਾ ਬਾਰੇ। ਮਾੜੀ ਫਿਲਮ ਦੇ ਵਿੱਚ ਵੀ ਮੈਂ 4-5 ਵਾਰੀ ਰੋ ਪੈਂਦਾ, ਕਿਉਂਕਿ ਮੈਨੂੰ ਕੁਛ ਨਾ ਕੁਛ ਲੱਭ ਜਾਂਦਾ ਉਹਦੇ 'ਚੋਂ। ਮੈਂ ਕਿਸੇ ਇਮੋਸ਼ਨਲ ਫਿਲਮ 'ਤੇ ਹੋ ਸਕਦਾ ਨਾ ਰੋਵਾਂ, ਕਿਉਂਕਿ ਉਹ ਬੁਰੇ ਤਰੀਕੇ ਨਾਲ ਸ਼ੂਟ ਕੀਤੀ ਹੋਵੇ। ਥੋੜ੍ਹਾ ਯਾਰ ਪਾਸੇ ਹੋ ਜਾਓ, ਸੁਮੇਲ ਬਾਈ ਨਹੀਂ ਮੈਨੂੰ ਦੇਖਦੇ, ਥੋੜ੍ਹਾ ਮੈਨੂੰ ਦੇਖਣ ਦਿਓ। ਸੁਮੇਲ ਮੇਰੇ ਲਈ ਐਕਚੁਅਲੀ ਟੋਨੀ ਬਾਈ ਦਾ ਇੱਕ ਦੂਤ ਹੈ, ਕਿਉਂਕਿ ਜਿੱਥੇ ਟੋਨੀ ਬਾਈ ਨਹੀਂ ਹੁੰਦੇ ਉੱਥੇ ਉਹਨਾਂ ਦੇ ਦੂਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਕੁੱਲ ਸਿੱਧੂ ਅੱਜ ਮੇਰੇ ਨਾਲ ਜੱਜਮੈਂਟ ਤੇ ਬੈਠੀ ਹੋਈ ਨਹੀਂ ਕਿ ਉਹ ਕੋਈ ਬਹੁਤ ਵੱਡੀ ਐਕਟਰਸ ਬਣ ਗਈ ਕਿ ਚਲੋ ਉਹਨੂੰ ਬੁਲਾਓ ਨਾ। ਉਹ ਇਸ ਲਈ ਨਾ ਮੈਂ ਕੋਈ ਬਹੁਤ ਵੱਡਾ ਡਾਇਰੈਕਟਰ ਹਾਂ, ਉਹ ਇਸ ਲਈ ਕਿ ਜਿਹੜੀ ਸਭ ਤੋਂ ਪਹਿਲਾਂ ਸ਼ਾਰਟ ਫਿਲਮ ਅਸੀਂ ਬਣਾਈ ਸੀ ਉਹਦੀ ਨਾਇਕਾ ਕੁੱਲ ਸਿੱਧੂ ਹੀ ਸੀ। ਉਹਦੇ ਬਾਕੀ ਮੁਕੇਸ਼ ਸੰਧੂ ਭਾਈ ਨੇ ਅੰਮ੍ਰਿਤਸਰੋਂ ਨੂਰਾ ਬਣਾਈ ਸੀ, ਉਹਦੀ ਨਾਇਕਾ ਵੀ ਕੁੱਲ ਸਿੱਧੂ ਹੀ ਸੀ। ਤੇ ਉਹ ਚਪਾਲ ਤੇ ਹੀ ਆ ਗਈ ਹੈ, ਤੁਸੀਂ ਦੇਖ ਸਕਦੇ ਹੋ। ਕੁਛ ਐਕਟਰ ਮੁੰਡੇ, ਕੇਵਲ ਕ੍ਰਾਂਤੀ ਹੋ ਗਿਆ, ਕੁਛ ਸਾਡਾ ਬਲਵਿੰਦਰ ਧਾਲੀਵਾਲ ਆ, ਬਹੁਤ ਸਾਰੇ ਇਦਾਂ ਦੇ ਬੰਦੇ ਨੇ ਜਿਹੜੇ ਮੈਨੂੰ ਚੰਗੇ ਲੱਗਦੇ ਨੇ। ਉਹ ਇਸ ਕਰਕੇ ਚੰਗੇ ਲੱਗਦੇ ਨੇ ਕਿ ਉਹ ਮੈਨੂੰ ਮਿਲ ਕੇ ਉਹਨਾਂ ਨੇ ਮੇਰੇ ਨਾਲ ਕੰਮ ਕਰ ਲਿਆ। ਚੰਗੇ ਤੁਸੀਂ ਸਾਰੇ ਹੋ, ਤੁਹਾਨੂੰ ਜਾਂ ਤਾਂ ਮੈਂ ਨਹੀਂ ਚੰਗਾ ਲੱਗਦਾ ਇਸ ਕਰਕੇ ਤੁਸੀਂ ਮੈਨੂੰ ਨਹੀਂ ਮਿਲੇ, ਜਾਂ ਤੁਹਾਡਾ ਹੌਸਲਾ ਨਹੀਂ ਪਿਆ ਵੀ ਤੁਹਾਨੂੰ ਐਂ ਲੱਗਿਆ ਵੀ ਯਾਰ ਪਤਾ ਨਹੀਂ ਕੀ ਬੋਲੂਗਾ। ਮੈਂ ਬਹੁਤ ਈਜ਼ੀ ਬੰਦਾ। ਅਗਰ ਤੁਹਾਡੇ 'ਚ ਕੋਈ ਟੇਲੈਂਟ ਆ, ਤੁਸੀਂ ਕੁਛ ਵੀ ਕਰ ਸਕਦੇ ਹੋ ਸਿਨੇਮਾ ਦੇ ਵਿੱਚ, ਤਾਂ ਤੁਹਾਨੂੰ ਜੀ ਆਇਆਂ ਨੂੰ ਆ ਹਮੇਸ਼ਾ ਹੀ ਹਮੇਸ਼ਾ। ਇੱਕ ਮੈਨੂੰ ਹੋਰ ਬੜੀ ਚੰਗੀ ਗੱਲ ਲੱਗੀ, ਕਿਉਂਕਿ ਅਸੀਂ ਸਾਰਿਆਂ ਨੂੰ ਹੀ ਜਾਣਦੇ ਹਾਂ, ਅਸੀਂ ਬਹੁਤ ਸਤਿਕਾਰ ਕਰਦੇ ਹਾਂ ਸਾਰਿਆਂ ਦਾ। ਇੱਕ ਫਿਲਮ ਦਿਖਾਈ ਗਈ ਪਟਿਆਲੇ ਵੱਲੋਂ, ਉਹਦੇ ਵਿੱਚ ਮੈਨੂੰ ਪੰਜਾਬੀ ਰੰਗਮੰਚ ਦੇ ਬਹੁਤ ਵੱਡੇ ਬਜ਼ੁਰਗ ਅਦਾਕਾਰ ਪ੍ਰਾਣ ਸੱਭਰਵਾਲ ਜੀ ਦੇਖਣ ਨੂੰ ਮਿਲੇ। ਮੈਂ ਬਹੁਤ
ਉਹਨਾਂ ਨੂੰ ਮੱਥਾ ਟੇਕਦਾ, ਉਹ ਮੈਨੂੰ ਕਦੇ ਕਦੇ ਫੋਨ ਵੀ ਕਰ ਲੈਂਦੇ, ਉਹ ਮੈਨੂੰ ਬਹੁਤ ਚੰਗਾ ਲੱਗਦਾ। ਉਹਨਾਂ ਕੋਲੇ ਮੇਰਾ ਨੰਬਰ ਆ, ਉਹ ਮੈਨੂੰ ਫੋਨ ਕਰਕੇ ਜਦੋਂ ਕਹਿੰਦੇ ਨੇ ਕਿ ਯਾਰ ਮੇਰੇ ਤੋਂ ਵੀ ਕੰਮ ਕਰਾ ਲਓ ਕਦੇ, ਉਹ ਮੈਨੂੰ ਬੜਾ ਚੰਗਾ ਲੱਗਦਾ ਕਿ ਯਾਰ ਹਾਲੇ ਪ੍ਰਾਣ ਸੱਭਰਵਾਲ ਜੀ ਆ ਜਿਹੜੇ ਉਹ ਤਕੜੇ ਨੇ। ਔਰ ਫਿਲਮ ਦੇ ਵਿੱਚ ਵੀ ਜਦੋਂ ਮੈਂ ਦੇਖਿਆ ਤਾਂ ਮੇਰੀਆਂ ਅੱਖਾਂ ਨਮ ਹੋ ਗਈਆਂ, ਕਿਉਂਕਿ ਪ੍ਰਾਣ ਸੱਭਰਵਾਲ ਇਹ ਸਾਰੇ ਥੀਏਟਰ ਦੇ ਸਾਡੇ ਬਾਬੇ ਬੰਦੇ ਨੇ। ਉਹ ਜਿਹੜਾ ਬਜ਼ੁਰਗ ਅਖਬਾਰ ਪੜ੍ਹਦਾ ਬੱਚਾ ਲਿਆ ਕੇ ਦਿੰਦਾ, ਉਹ ਜਿਹੜਾ ਬਜ਼ੁਰਗ ਆ ਉਹ ਪ੍ਰਾਣ ਸੱਭਰਵਾਲ ਆ। ਉਹਨਾਂ ਦੇ ਨਾਂ 'ਤੇ ਤਾੜੀਆਂ ਮਾਰੋ। ਇਹ ਆਖਰੀ ਲੋਕ ਨੇ ਆਪਦੀ ਪੀੜ੍ਹੀ ਦੇ। Sir, he is 94. ਜੀ ਜੀ He is 94 and still he is doing theatre. ਜੀ ਜੀ, ਇਹੀ ਤਾਂ ਖੁਸ਼ੀ ਦੀ ਗੱਲ ਆ। ਇਹ ਆਖਰੀ ਲੋਕ ਨੇ। ਇਦੋਂ ਬਾਅਦ ਇਹਨਾਂ ਦੇ ਜਿੱਦਾਂ ਤੁਹਾਨੂੰ ਪਤਾ ਲੱਗਿਆ ਕਰੂਗਾ, ਇਹਨਾਂ ਲੋਕਾਂ ਦੀਆਂ ਜਿਹੜੀਆਂ ਫੋਟੋਆਂ ਹੀ ਤੁਹਾਨੂੰ ਦੇਖਣ ਨੂੰ ਮਿਲਿਆ ਕਰਨਗੀਆਂ। ਇਹ ਆਖਰੀ ਲੋਕ ਨੇ ਉਸ ਰੰਗਮੰਚ ਦੇ, ਉਸ ਪੰਜਾਬੀ ਰੰਗਮੰਚ ਦੇ ਜਿਹਦੀ ਬੜੀ ਚੜ੍ਹਤ ਹੋਇਆ ਕਰਦੀ ਸੀ ਕਦੇ, ਪਰ ਹੁਣ ਉਹਦਾ ਰੂਪ ਹੋਰ ਤਰ੍ਹਾਂ ਦਾ ਹੋ ਗਿਆ। ਉਹ ਲੋਕ ਜਿਸ ਡੈਡੀਕੇਸ਼ਨ ਨਾਲ, ਜਿਸ ਸਮਰਪਿਤ ਭਾਵ ਨਾਲ ਥੀਏਟਰ ਕਰਦੇ ਸੀ, ਮੈਂ ਉਹਨਾਂ ਨੂੰ ਨਤਮਸਤਕ ਹਾਂ। ਅੱਜ ਵੀ ਜਿੱਥੇ ਵੀ ਮਿਲ ਜਾਂਦੇ ਨੇ, ਚਾਹੇ ਕੋਈ ਵੀ ਆ, ਮੈਨੂੰ ਖੁਸ਼ੀ ਹੁੰਦੀ ਆ ਕਿ ਅੱਜ ਮੈਂ ਇਸ ਗੱਲ ਦੇ ਕਾਬਿਲ ਹਾਂ ਕਿ ਮੈਂ ਕਿਸੇ ਵੀ ਥੀਏਟਰ ਵਾਲੇ ਬਾਬੇ ਬੰਦੇ ਨੂੰ ਫੋਨ ਕਰਕੇ ਸੱਦ ਸਕਦਾ ਕਿ ਬਾਈ ਮੇਰੀ ਫਿਲਮ 'ਚ ਇੱਕ ਰੋਲ ਹੈ। ਮੈਂ ਮਨੋਹਰ ਭਾਈ ਨੂੰ ਫੋਨ ਕਰਕੇ ਸੱਦਿਆ ਜੋਰਾ 10 ਨੰਬਰੀਆ ਦੇ ਵਿੱਚ, ਔਰ ਜੋਰਾ 10 ਨੰਬਰੀਆ ਦੇ ਵਿੱਚ ਮਨੋਹਰ ਭਾਈ ਨੂੰ ਜਦੋਂ ਸੱਦਿਆ ਤਾਂ ਉਹਨੂੰ ਹੈਰਾਨ ਰਹਿ ਗਏ। ਰਜੇਸ਼ ਭਾਜੀ, ਰਜੇਸ਼ ਸ਼ਰਮਾ ਜੀ ਤਾਂ ਚਲੋ ਸਾਰੇ ਫਿਲਮਾਂ ਕਰਦੇ ਰਹਿੰਦੇ, ਉਹਨਾਂ ਨੂੰ ਸਾਰੇ ਜਾਣਦੇ ਨੇ। ਫਿਰ ਮੈਂ ਮਨੋਹਰ ਭਾਈ ਨੂੰ ਮਰ ਜਾਣੇ 'ਚ ਸੱਦਿਆ, ਪਰ ਦੁੱਖ ਦੀ ਗੱਲ ਇਹ ਹੈ ਕਿ ਜਦੋਂ ਮੈਂ ਮਰ ਜਾਣੇ ਦੀ ਡਬਿੰਗ ਕਰਨੀ ਸੀ, ਉਸ ਤੋਂ ਪਹਿਲਾਂ ਮਨੋਹਰ ਭਾਈ ਦੀ ਡੈਥ ਹੋ ਗਈ। ਮਨੋਹਰ ਰਲਹਨ ਪਟਿਆਲੇ ਇਲਾਕੇ ਦੇ ਥੀਏਟਰ ਵਾਲੇ ਲੋਕ ਜਾਣਦੇ ਨੇ। ਉਹ ਯੂਨੀਵਰਸਿਟੀ ਦੇ ਪਾਸ ਆਊਟ ਸੀਗੇ ਰਜੇਸ਼ ਭਾਜੀ ਹੋਰਾਂ ਦੇ, ਰਜੇਸ਼ ਸ਼ਰਮਾ ਜੀ ਉਹਨਾਂ ਦੇ ਉਹ ਕਲਾਸ ਫੈਲੋ ਸੀਗੇ, ਇਸ ਕਰਕੇ ਉਹ ਸਾਡੇ ਲਈ ਬਹੁਤ ਸਤਿਕਾਰਯੋਗ ਨੇ। ਕੰਮ ਕਰਨ ਲਈ ਮੇਰੇ ਵਾਂਗੂ ਲਿਸਟਾਂ ਬਣਾਉਣੀਆਂ ਪੈਂਦੀਆਂ ਨੇ, ਪਤਾ ਹੋਣਾ ਚਾਹੀਦਾ ਕੌਣ ਸਤਿਕਾਰਯੋਗ ਹੈ ਕੌਣ ਨਹੀਂ। ਸਾਰੇ ਸਤਿਕਾਰਯੋਗ ਨੇ, ਤੁਹਾਨੂੰ ਪਤਾ ਹੋਣਾ ਚਾਹੀਦਾ ਕੌਣ ਬੰਦਾ ਕਿੱਥੇ ਕਿੱਥੇ ਬੈਠਾ। ਜਦੋਂ ਪੋਸਟ ਪਾਈ ਬਠਿੰਡਾ ਵਾਲਾ, ਜਦੋਂ ਮੈਂ ਸਟੋਰੀ ਪਾਈ, ਮੈਨੂੰ ਮੈਸੇਜ ਕਰਕੇ ਪੁੱਛਦੇ ਆ ਛੋਟੇ ਭਰਾ ਇਹਦੇ 'ਚ ਕੀ ਹੋਊਗਾ ਜੀ। ਮੈਂ ਕਿਹਾ ਯਾਰ ਫਿਲਮ ਫੈਸਟੀਵਲ, ਫਿਲਮਾਂ ਦਿਖਾਈਆਂ ਜਾਂਦੀਆਂ। ਅੱਛਾ ਜੀ। ਕੋਈ ਪੁੱਛ ਰਿਹਾ ਇਹ ਫਿਲਮ ਦੇ ਲਈ ਐਡੀਸ਼ਨ ਹੋਊਗਾ ਜੀ। ਤੁਸੀਂ ਸਾਰਾ ਦਿਨ ਫੋਨ ਹੱਥ 'ਚ ਰੱਖਦੇ ਹੋ, ਸਾਰਾ ਦਿਨ WhatsApp, YouTube ਕੀ, ਇੰਸਟਾ ਕੀ, ਉੱਥੇ ਨਾ ਗੂਗਲ 'ਤੇ ਸਰਚ ਮਾਰ ਕੇ ਨਾ ਗਿਆਨ ਦੀ ਵੀ ਪ੍ਰਾਪਤੀ ਹੋ ਜਾਂਦੀ ਆ। ਉਹ ਕਰਿਆ ਕਰੋ। ਸਾਰੇ ਸਵਾਲ ਮੇਰੇ ਤੋਂ ਨਾ ਪੁੱਛਿਆ ਕਰੋ। ਅਸਲ 'ਚ ਗੱਲ ਇਹ ਹੁੰਦੀ ਹੈ ਵੀ ਜਿਹੜਾ ਜਵਾਬ ਦੇਣ ਲੱਗ ਜਾਂਦਾ ਉਹਦੇ ਤੋਂ ਜਨਤਾ ਪੁੱਛਦੀ ਬਹੁਤ ਆ। ਹੋਰ ਕੋਈ ਵੀ ਫਿਲਮ ਡਾਇਰੈਕਟਰ ਸੁਮੇਲ, ਕੋਈ ਵੀ ਫਿਲਮ ਡਾਇਰੈਕਟਰ, ਕੋਈ ਫਿਲਮ ਦਾ ਨਾਮਵਰ ਐਕਟਰ, ਉਹ ਮੈਸੇਜ ਦਾ ਇਨਬਾਕਸ ਦੇਖਦਾ ਹੀ ਨਹੀਂ। ਮੇਰਾ ਇੰਸਟਾ ਦਾ ਇਨਬਾਕਸ 'ਚ ਵੀ ਜਵਾਬ ਦੇਣਾ, ਮੈਂ WhatsApp 'ਤੇ ਤਾਂ ਚਲੋ ਦੇਣਾ ਹੀ ਦੇਣਾ, ਫੇਸਬੁੱਕ 'ਤੇ ਵੀ ਦੇਣਾ, ਫੇਸਬੁੱਕ ਦੇ ਪੇਜ 'ਤੇ ਵੀ ਦੇਣਾ। ਮੈਂ ਵੀ ਥੋੜ੍ਹਾ ਜਿਹਾ ਜ਼ਿਆਦਾ ਵਿਹਲਾ ਹੋ ਜਾਂਦਾ ਤੁਹਾਡੇ ਨਾਲ, ਪਰ ਉਹ ਇਹ ਮਜ਼ਾਕ ਕਰਦਾ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ, ਮੇਰੇ ਤੋਂ ਕਿੰਨੇ ਮਰਜ਼ੀ ਸਵਾਲ ਪੁੱਛੋ, ਮੈਂ ਬਿਲਕੁਲ ਇਸ ਗੱਲ ਤੋਂ ਨਹੀਂ ਅੱਕਦਾ। ਇੱਕ ਛੋਟੀ ਜਿਹੀ ਗੱਲ ਇਹ ਹੈ ਕਿ ਮੈਂ ਚਾਹੂੰਗਾ ਕਿ ਇਹ ਜਿਹੜਾ ਫਿਲਮ ਫੈਸਟੀਵਲ ਹੈ ਹਮੇਸ਼ਾ ਹੋਵੇ, ਇਸ ਤੋਂ ਵਧੀਆ ਹੋਵੇ, ਇਸ ਤੋਂ ਵੱਡਾ ਹੋਵੇ। ਫੀਚਰ ਫਿਲਮਾਂ ਦਾ ਵੀ ਫੈਸਟੀਵਲ ਹੋਵੇ। ਅਸੀਂ ਬਾਹਰੋਂ ਜਿਹੜੇ ਐਕਟਰ ਨੇ, ਫਿਲਮਕਾਰ ਨੇ, ਉਹਨਾਂ ਨੂੰ ਸੱਦੀਏ, ਉਹਨਾਂ ਦੇ ਨਾਲ ਬੈਠ ਕੇ ਗੱਲ ਕਰੀਏ। ਕਿਸੇ ਵੱਡੇ ਡਾਇਰੈਕਟਰ ਨਾਲ ਇੱਥੇ ਰੂਬਰੂ ਰੱਖਿਆ ਜਾਵੇ, ਨਵੇਂ ਜਿਹੜੇ ਫਿਲਮ ਮੇਕਰ ਨੇ ਉਹਨਾਂ ਨਾਲ ਸਵਾਲ ਜਵਾਬ ਕਰਨ। ਜਿਹੜਾ ਕੰਮ ਤੁਸੀਂ ਕਰ ਰਹੇ ਹੋ ਉਹ ਬਹੁਤ ਚੰਗਾ ਕੰਮ ਹੈ, ਬਹੁਤ ਸ਼ਲਾਘਾਯੋਗ ਕੰਮ ਹੈ, ਉਹਨੂੰ ਮਾਣ ਨਾਲ ਕਰੋ। ਥੋੜ੍ਹਾ ਜਿਹਾ ਐਵੇਂ ਨਹੀਂ ਵਾਰੀ ਵਾਰੀ ਕਹੀ ਜਾਂਦਾ ਤੁਹਾਡਾ ਹੋਰ ਟਾਈਮ ਨਹੀਂ ਲੈਂਦੇ। ਉੱਥੇ ਮਾੜੀਆਂ ਫਿਲਮਾਂ 500-500 ਦੀਆਂ ਟਿਕਟਾਂ ਲਾ ਕੇ ਵੀ ਤਾਂ ਦੇਖਦੇ ਹੀ ਆ ਜਾ ਕੇ। ਐਂ ਟੁੱਟ ਕੇ ਪੈ ਗਏ ਜਦੋਂ ਖੁੱਲ੍ਹਿਆ ਕੋਵਿਡ ਤੋਂ ਬਾਅਦ ਸਿਨੇਮਾ, ਐਂ ਨਹੀਂ ਦੇਖਿਆ। ਉਹ ਮੇਰਾ ਇੱਕ ਦੋਸਤ ਆ, ਉਹ ਬਹੁਤ ਸ਼ਰਾਰਤੀ ਆ ਜੀ, ਬਹੁਤ ਸ਼ਰਾਰਤੀ ਗੱਲਾਂ ਕਰਦੇ ਨੇ। ਮੈਂ ਕਿਹਾ ਯਾਰ ਫਲਾਨੀ ਫਿਲਮ ਬਹੁਤ ਪੈਸੇ ਕਮਾ ਗਈ। ਉਹ ਕਹਿੰਦਾ ਬਾਈ ਮਾੜੀਆਂ ਫਿਲਮਾਂ ਨੂੰ ਹਿੱਟ ਕਰਨ ਨੂੰ ਤਾਂ ਕਹਿੰਦਾ ਪੰਜਾਬੀ ਤੁਲੇ ਹੀ ਰਹਿੰਦੇ ਆ ਹਮੇਸ਼ਾ, ਬੇਸੁਰੇ ਸਿੰਗਰਾਂ ਨੂੰ ਵੀ ਕਹਿੰਦਾ, ਤੇ ਮਾੜੀਆਂ ਫਿਲਮਾਂ ਨੂੰ ਉਹ ਤਾਂ ਮਤਲਬ ਅੱਡੀਆਂ ਚੱਕੀ ਰੱਖਦੇ ਆ ਪੰਜਾਬੀ ਵੀ ਕਿਹੜੇ ਵੇਲੇ ਇਹਨੂੰ ਹਿੱਟ ਕਰੀਏ।
ਇਸ ਕਰਕੇ ਅਸੀਂ ਜਿਹੜੀਆਂ ਫਿਲਮਾਂ ਦਿਖਾਈਆਂ ਉਹ ਆਪਦੇ ਖੂਨ ਪਸੀਨੇ ਨਾਲ ਆਪਦੇ ਕੋਲੋਂ ਪੈਸੇ ਇਕੱਠੇ ਕਰ ਕਰਕੇ ਬਣਾਈਆਂ ਹੋਈਆਂ ਨੇ। ਉਹਦੇ ਪਿੱਛੇ ਕੋਈ ਕਾਰਪੋਰੇਟ ਕੋਈ ਪ੍ਰੋਡਕਸ਼ਨ ਹਾਊਸ ਨਹੀਂ ਗਾ, ਕੋਈ ਸਿੰਗਰ ਨਹੀਂ ਗਾ ਉਹਨਾਂ ਦੇ ਪਿੱਛੇ। ਉਹ ਸਾਡੀਆਂ ਆਪਦੇ ਬੱਚਿਆਂ ਦੀਆਂ ਆਪਦੀਆਂ ਫਿਲਮਾਂ ਬਣਾਈਆਂ ਹੋਈਆਂ ਨੇ। ਮੈਂ ਵੀ ਜਦੋਂ ਸੁੱਤਾ ਨਾਗ ਬਣਾਈ ਸੀ ਤਾਂ 80,000 ਰੁਪਏ 'ਚ ਬਣਾਈ ਸੀ, ਅਤੇ ਉਹ 80,000 ਮੈਂ ਕਿਵੇਂ ਇਕੱਠਾ ਕੀਤਾ ਸੀ ਮੈਨੂੰ ਪਤਾ। ਇੱਥੇ ਹੀ ਐਡਿਟ ਕੀਤੀ, ਇੱਥੇ ਹੀ CC ਕੀਤੀ, ਇੱਥੇ ਹੀ ਬੈਕਗਰਾਊਂਡ ਮਿਊਜ਼ਿਕ ਕੀਤਾ। ਇਸ ਕਰਕੇ ਇਹ ਮੈਂ ਇੱਕ ਗੱਲ ਹੋਰ ਕਹਿਣਾ ਹੁੰਦਾ, ਮੈਂ ਕਹਿੰਦਾ ਹੁੰਦਾ ਜਿਹੜੀ ਫੀਚਰ ਫਿਲਮ ਆ ਨਾ ਅਤੇ ਇੱਕ ਸ਼ਾਰਟ ਫਿਲਮ ਆ, ਸ਼ਾਰਟ ਫਿਲਮ ਆ ਜਿਹੜੀ ਲਵ ਮੈਰਿਜ ਵਰਗੀ ਹੁੰਦੀ ਆ। ਸਾਰਾ ਕੁਝ ਤੁਹਾਨੂੰ ਹੀ ਕਰਨਾ ਪੈਂਦਾ, ਤੁਹਾਡਾ ਕੋਈ ਸਾਥ ਨਹੀਂ ਦਿੰਦਾ, ਹੈ ਨਾ। ਫੀਚਰ ਫਿਲਮ ਅਰੇਂਜਡ ਮੈਰਿਜ ਵਰਗੀ ਹੁੰਦੀ ਆ, ਉੱਥੇ ਸਾਰਾ ਕੁਝ ਹੀ ਹੁੰਦਾ। ਡਾਇਰੈਕਟਰ ਨੇ ਜਾ ਕੇ ਵੀ ਲਿਆਓ ਵੀ ਫੜਾਓ, ਮੈਂ ਕਿ ਮੇਰੇ ਵਰਗਾ ਬਹਿ ਜਾਂਦਾ, ਲਾਈਟ ਐਕਸ਼ਨ ਕੈਮਰਾ ਕਰਨ ਲੱਗ ਜਾਂਦਾ, ਉੱਥੇ ਵੈਨਿਟੀਆਂ ਲੱਗੀਆਂ ਹੁੰਦੀਆਂ। ਇਹ ਸਾਨੂੰ ਆਪ ਹੀ ਕੱਢਣਾ ਪੈਂਦਾ, ਆਪ ਹੀ ਕੱਤਣਾ ਪੈਂਦਾ, ਆਪ ਹੀ ਸਿਰ ਵਾਹੁਣਾ ਪੈਂਦਾ, ਆਪ ਹੀ ਗੁੰਦਣਾ ਪੈਂਦਾ। ਇਸ ਕਰਕੇ ਫੀਚਰ ਫਿਲਮਾਂ ਨਾਲੋਂ ਜ਼ਿਆਦਾ ਮਿਹਨਤ ਆ ਜਿਹੜੀ ਉਹ ਸ਼ਾਰਟ ਫਿਲਮਾਂ 'ਤੇ ਹੁੰਦੀ ਆ। ਔਰ ਮੇਰੇ ਲਈ ਸ਼ਾਰਟ ਫਿਲਮਾਂ ਬਣਾਉਣ ਵਾਲੇ ਸਾਰੇ ਬਹੁਤ ਜ਼ਿਆਦਾ ਸਤਿਕਾਰਯੋਗ ਨੇ। ਬੇਸ਼ੱਕ ਉਹ ਮੇਰੇ ਤੋਂ ਛੋਟੀ ਸ਼ਕਤੀ ਨੂੰ ਸਮਝੋ, ਭਾਸ਼ਣ ਦੇਣ ਦੀ ਲੋੜ ਨਹੀਂ ਹੁੰਦੀ, ਫਿਲਮ ਬਣਾ ਦਿਓ। ਪਰ ਫਿਲਮ 'ਚ ਕਿੰਨੀ ਗੱਲ ਕਹਿਣੀ ਆ ਉਹ ਸੰਖੇਪ ਜਿਹੜਾ ਇੱਕ ਗੱਲ ਆ ਉਹ ਵੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਫਿਲਮ ਦੇ ਵਿੱਚ ਵੌਇਸ ਓਵਰ ਦੀ ਜ਼ਰੂਰਤ ਨਹੀਂ ਹੁੰਦੀ, ਵੌਇਸ ਓਵਰ ਕਿੱਥੇ ਪਾਉਣਾ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ। ਸਾਡੇ ਕੋਲੇ ਕੈਮਰਾ ਵੀ ਬੋਲਦਾ, ਐਕਟਰ ਵੀ ਬੋਲਦਾ, ਲਾਈਟਿੰਗ ਵੀ ਬੋਲਦੀ ਆ, ਲੋਕੇਸ਼ਨ ਵੀ ਬੋਲਦੀ ਆ, ਕਾਸਟਿਊਮ ਵੀ ਬੋਲਦੇ ਆ। ਜ਼ਰੂਰੀ ਨਹੀਂ ਹੁੰਦਾ ਸਾਡੀ ਫਿਲਮ ਦੇ ਵਿੱਚ ਡਾਇਲੋਗ ਹੋਣ। ਜਿਉਂ-ਜਿਉਂ ਸਿਨੇਮਾ ਸਿਆਣਾ ਹੁੰਦਾ ਜਾਊਗਾ ਨਾ, ਓਨਾ ਉਹ ਚੁੱਪ ਕਰਦਾ ਜਾਊਗਾ, ਓਨੇ ਉਹਦੇ 'ਚ ਡਾਇਲੋਗ ਘਟਦੇ ਜਾਣਗੇ। ਸਾਡੀਆਂ ਪੰਜਾਬੀ ਫਿਲਮਾਂ ਤਾਂ ਹੀ ਤਾਂ ਜਦੋਂ ਅਸੀਂ ਜਾਂਦੇ ਹਾਂ ਉਹ 5-7 ਮਿੰਟਾਂ 'ਚ ਹੀ ਸਿਰ ਦੁਖਣ ਲਾ ਜਾਂਦੇ ਆ। ਆਹ ਵੀ ਡਾਇਲੋਗ ਬੋਲ ਰਿਹਾ, ਉਹ ਵੀ ਬੋਲ ਰਿਹਾ, ਉਹ ਵੀ ਬੋਲ ਰਿਹਾ, ਉਹ ਵੀ ਬੋਲ ਰਿਹਾ, ਉਹ ਸਾਰੇ ਹਸਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਹ ਇੰਨੀ ਤੇਜ਼ ਬੋਲ ਰਹੇ ਹੁੰਦੇ ਨੇ। ਇਟ ਮੀਨਸ ਉਹ ਬਚਗਾਨਾ ਸਿਨੇਮਾ। ਉਹ ਸਿਨੇਮਾ ਨਹੀਂ ਗਾ ਜਿਹਦੇ 'ਚ ਸਾਈਲੈਂਸ ਦਿਖਾਓ ਮੈਨੂੰ। ਜਦੋਂ ਤੁਸੀਂ ਸਾਈਲੈਂਸ ਦੇਖੋ, ਕੈਮਰਾ ਜਾ ਰਿਹਾ ਇਕੱਲਾ, ਕੋਈ ਬੈਕਗਰਾਊਂਡ ਮਿਊਜ਼ਿਕ ਨਹੀਂ, ਸਾਈਕਲ ਚੱਲਦਾ ਜਾ ਰਿਹਾ ਇਕੱਲਾ, ਰਾਤ ਦੀ ਲਾਈਟ ਆ। ਸੋਚੋ, ਵਿਜ਼ੂਅਲ ਸੋਚਿਆ ਕਰੋ। ਕਾਹਲੀ ਨਹੀਂ ਕਰੀਦੀ ਹੁੰਦੀ ਵੀ ਫਿਲਮ ਬਣਾਓ ਛੇਤੀ, ਇਹਦੇ 'ਚ ਬੈਕਗਰਾਊਂਡ ਡੈਂ ਡੈਂ ਡੈਂ, ਇਹ ਨਹੀਂ ਜ਼ਰੂਰਤ ਹੁੰਦੀ, ਕਾਹੇ ਦੀ ਜ਼ਰੂਰਤ ਨਹੀਂ ਹੁੰਦੀ। ਇੱਕ ਪੁਸ਼ਪਕ ਆ ਫਿਲਮ ਕਮਲ ਹਸਨ ਸਾਹਿਬ ਦੀ, ਉਹ ਫਿਲਮ ਦੇਖਿਓ ਕਦੇ, ਉਹਦੇ 'ਚ ਕੋਈ ਡਾਇਲੋਗ ਨਹੀਂ, ਫੀਚਰ ਫਿਲਮ ਆ ਔਰ ਕਮੇਡੀ ਫਿਲਮ ਆ। ਉਹ ਸੰਖੇਪ ਦੇ ਵਿੱਚ ਗੱਲ ਕਹਿਣਾ ਸਿੱਖੋ। ਸਿਨੇਮੇ ਦਾ ਮਾਧਿਅਮ ਹੋਰ ਆ। ਔਰ ਬਠਿੰਡਾ ਮੈਂ ਹਮੇਸ਼ਾ ਕਹਿਣਾ ਹੁੰਦਾ ਕਿ ਫਿਲਮਾਂ ਨੂੰ ਪਿਆਰ ਕਰਨ ਵਾਲਾ, ਆਖਰੀ ਗੱਲ ਕਹਿ ਰਿਹਾ ਕਿ ਪਿਆਰ ਕਰਨ ਵਾਲਾ ਸ਼ਹਿਰ ਹੈ। ਇੱਥੇ ਫਿਲਮੀ ਕੀੜੇ ਲੋਕ ਰਹੇ ਆ ਸ਼ੁਰੂ ਤੋਂ ਹੀ। ਬਹੁਤ ਸਾਰੇ ਸਿਨੇਮੇ ਢਾਹ ਤੇ, ਰਜੇਸ਼ ਸਿਨੇਮਾ ਢਾਹ ਤਾ, ਗੋਲਡੱਗੀ ਕੋਲੇ ਹੁੰਦਾ ਸੀ, ਕਮਲ ਢਾਹ ਤਾ। ਇੱਥੇ ਪੁਖਰਾਜ ਆ, ਸੁਖਰਾਜ ਆ, ਅਲੰਕਾਰ ਆ, ਉੜਾਂਗ ਆ। ਇੱਕ ਜਗਜੀਤ ਸਿਨੇਮਾ ਹੁੰਦਾ ਸੀ, ਉਹ ਕਮਲ ਸਿਨੇਮੇ ਤੋਂ ਪਰਾਂ ਇੱਥੇ ਅੰਡਰ ਬ੍ਰਿਜ ਆ, ਪਰਸਰਾਮ ਨਗਰ ਵਾਲਾ, ਉੱਥੇ ਉਹ ਜਗਜੀਤ ਸਿਨੇਮੇ ਦੇ ਵਿੱਚ ਮੈਂ ਮਨਜੀਤ ਤੇ ਜਗਜੀਤ ਦੇਖਣ ਗਿਆ ਸੀਗਾ। ਜਦੋਂ ਮੈਂ ਬਾਪੂ ਵਰਗਿਆਂ ਨੂੰ ਅੱਧ ਵਿਚਾਲੇ ਉਠਾ ਲਿਆ ਹੋਇਆ ਸੀ। ਫਿਲਮਾਂ ਦਾ ਸ਼ਹਿਰ ਇਸ ਕਰਕੇ ਹੁੰਦਾ ਕਿ ਜਦੋਂ ਫਿਲਮ ਲੱਗੀ ਹੁੰਦੀ ਹੈ ਤਾਂ ਸਾਰੇ ਸ਼ਹਿਰ ਨੂੰ ਪਤਾ ਹੁੰਦਾ ਕਿ ਫਿਲਮ ਲੱਗੀ ਹੈ। ਭਟੂਰਿਆਂ ਵਾਲੀ ਰੇਹੜੀ 'ਤੇ ਵੀ ਉਹਦੀ ਗੱਲ ਹੁੰਦੀ ਹੈ, ਚਾਹ ਦੇ ਖੋਖੇ 'ਤੇ ਵੀ ਗੱਲ ਹੋ ਰਹੀ ਹੁੰਦੀ ਆ, ਬੱਸ ਸਟੈਂਡ 'ਚ ਵੀ ਪਤਾ ਹੁੰਦਾ। ਔਰ ਫਿਲਮਾਂ ਦੀ ਚੰਗੀ ਕਮਾਈ ਹੈ ਜਿਹੜੀ ਉਹ ਬਠਿੰਡੇ ਤੋਂ ਹੁੰਦੀ ਆ। ਬਹੁਤ ਸਾਰੇ ਇਹੋ ਜਿਹੇ ਸ਼ਹਿਰ ਨੇ ਜਿਨ੍ਹਾਂ ਦਾ ਕਲਚਰ ਆ ਜਿਹੜਾ ਉਹ ਫਿਲਮਾਂ ਵਾਲਾ ਨਹੀਂ ਗਾ। ਉਹ ਬਹੁਤ ਵੱਡੇ ਸ਼ਹਿਰ ਨੇ ਪਰ ਉੱਥੇ ਫਿਲਮ ਚੱਲਦੀ ਨਹੀਂ। ਜਿਹੜੀ ਫਿਲਮ ਬਠਿੰਡੇ ਉਹਨਾਂ ਸਮਿਆਂ 'ਚ 15 ਹਫ਼ਤੇ ਕੱਟਦੀ ਹੁੰਦੀ ਸੀ, ਉਹ ਉੱਥੇ 3 ਹਫ਼ਤੇ ਕੱਟਦੀ ਸੀ, ਜਦੋਂ ਕਿ ਉਹ ਬਠਿੰਡੇ ਤੋਂ ਵੱਡੇ ਸ਼ਹਿਰ ਸੀ। ਇਸ ਕਰਕੇ ਬਠਿੰਡਾ ਫਿਲਮਾਂ ਦਾ ਕੀੜਾ ਸ਼ਹਿਰ ਆ, ਫਿਲਮਾਂ ਦੇ ਕੀੜਿਆਂ ਦਾ ਸ਼ਹਿਰ। ਇਸ ਕਰਕੇ ਬਠਿੰਡਾ ਫਿਲਮ ਫੈਸਟੀਵਲ ਇਹ ਬਹੁਤ ਵੱਡੀ ਗੱਲ ਆ। ਅੱਜ ਦੀ ਡੇਟ ਆ ਜਿਹੜੀ ਉਹ ਲਿਖ ਲਓ। ਆਉਣ ਵਾਲੇ ਸਾਲਾਂ ਦੇ ਵਿੱਚ ਇਹ ਇੱਕ ਬਹੁਤ ਵੱਡਾ ਫੈਸਟੀਵਲ ਬਣਨਾ ਚਾਹੀਦਾ। ਮੇਰੀ ਜਿੱਥੇ ਜ਼ਰੂਰਤ ਹੋਊਗੀ ਜਾਂ ਮੇਰੇ ਸੰਪਰਕ ਦੇ ਵਿੱਚ ਜਿੰਨੇ ਫਿਲਮਕਾਰ ਜਾਂ ਐਕਟਰ ਨੇ ਉਹਨਾਂ ਦੀ ਕਿਤੇ ਜ਼ਰੂਰਤ ਹੋਊਗੀ, ਅਸੀਂ ਹਾਜ਼ਰ ਹੋਵਾਂਗੇ। ਪਰ ਇਹ ਹੋਣਾ ਚਾਹੀਦਾ ਕੰਮ। ਇਹ ਬਹੁਤ ਵੱਡੀ ਗੱਲ ਕਰ ਰਹੇ ਹੋ ਤੁਸੀਂ। ਫਿਲਮਾਂ ਸੀਗੀਆਂ ਸਾਡੇ ਕੋਲੇ
13 ਅਸੀਂ ਆੜੀ ਬੈਠੇ ਸੀ, ਤੁਹਾਨੂੰ ਪਤਾ ਹੀ ਆ। ਮੈਂ ਇਹ ਦੇਖ ਰਿਹਾ ਸੀਗਾ ਕਿ ਸਿਨੇਮਾ ਕਿਹੜੀ ਫਿਲਮ ਸਿਨੇਮਾ ਹੈ, ਕਿਹੜੀ ਫਿਲਮ ਸਾਨੂੰ ਇਹ ਵੀ ਅਸੀਂ ਦੇਖਣਾ ਸੀ ਕਿ ਸਬਜੈਕਟ ਕਿਹਦਾ, ਐਕਟਿੰਗ ਕਿਹਨੇ ਕੀਤੀ ਆ ਵਧੀਆ, ਕਿਹਨੂੰ ਐਗਜ਼ੀਕਿਊਟ ਵਧੀਆ ਕੀਤਾ, ਡਾਇਰੈਕਸ਼ਨ ਵਧੀਆ, ਸਬਜੈਕਟ ਸਕਰੀਨ ਪਲੇ ਲਿਖਿਆ ਵਧੀਆ। ਇਹ ਸਾਰੀਆਂ ਗੱਲਾਂ ਕਰਕੇ ਮੈਨੂੰ 7-8 ਫਿਲਮਾਂ ਬਹੁਤ ਪਸੰਦ ਆਈਆਂ ਔਰ ਬਾਕੀ ਫਿਲਮਾਂ ਵੀ ਮੈਂ ਮਾਣੀਆਂ। ਇਹ ਨਹੀਂ ਕਿ ਮੈਂ, ਤੁਸੀਂ ਦੇਖਿਆ ਹੋਣਾ ਮੈਨੂੰ, ਤੁਸੀਂ ਇੱਧਰ ਉੱਧਰ ਝਾਕਦਾ ਨਹੀਂ ਦੇਖਿਆ ਹੋਣਾ, ਮੈਂ ਨਿਗਾਹ ਟਿਕਾ ਕੇ ਦੇਖੀ ਆ। ਔਰ ਜੇ ਤੁਸੀਂ ਮੈਨੂੰ 20 ਫਿਲਮਾਂ ਹੋਰ ਵੀ ਦਿਖਾ ਦਿਓ ਤਾਂ ਮੈਂ 20 ਫਿਲਮਾਂ ਹੋਰ ਵੀ ਦੇਖ ਸਕਦਾ ਇੱਥੇ ਬਹਿ ਕੇ। ਇੰਨਾ ਮੈਨੂੰ ਪਿਆਰ ਆ ਉਹ ਕਿ ਮੈਨੂੰ ਕੋਈ ਫਰਕ ਨਹੀਂ ਪੈਂਦਾ। ਇਸ ਕਰਕੇ ਜਿੱਥੇ ਮੈਂ ਆ ਉੱਥੇ ਵਾਰੀ ਵਾਰੀ ਇਹ ਕਹਿਣ ਦੀ ਲੋੜ ਨਹੀਂ ਕਿ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦੇ। ਅਸੀਂ 5 ਫਿਲਮਾਂ ਚੁਣੀਆਂ ਨੇ, ਜਦੋਂ ਕਿ ਸਾਨੂੰ ਜਿਹੜੇ ਕਹਿਣ ਵਾਲੇ ਆਪਣੇ ਪ੍ਰਬੰਧਕ ਆ ਉਹਨਾਂ ਨੇ 3 ਫਿਲਮਾਂ ਹੀ ਕਿਹਾ ਸੀ, ਪਰ 5 ਫਿਲਮਾਂ ਮੈਂ ਯਾਰ ਵੀ 5 ਤੋਂ ਘੱਟ ਤਾਂ ਮੇਰੀ ਮਤਲਬ ਮੈਥੋਂ ਨਹੀਂ ਚੁਣੀਆਂ ਜਾਣੀਆਂ 5 ਤੋਂ ਘੱਟ। ਅਸੀਂ 3 ਫਿਲਮਾਂ ਨੂੰ ਫਸਟ, ਸੈਕੰਡ, ਥਰਡ ਦਿੱਤਾ ਅਤੇ 2 ਫਿਲਮਾਂ ਨੂੰ ਅਸੀਂ ਸਪੈਸ਼ਲ ਜਿਊਰੀ ਅਵਾਰਡ। ਜੇ ਹੁਣ ਤੁਸੀਂ ਸਾਨੂੰ ਜਿਊਰੀ ਨਾ ਹੀ ਦੇਤਾ ਤਾਂ ਅਸੀਂ ਫਿਰ ਜਿਊਰੀ ਅਵਾਰਡ ਵੀ ਦੇਵਾਂਗੇ। ਵੱਡੀਆਂ ਵੱਡੀਆਂ ਫਿਲਮਾਂ ਨੂੰ ਵੱਡੇ ਵੱਡੇ ਫੈਸਟੀਵਲਾਂ 'ਚ ਜਿਊਰੀ ਅਵਾਰਡ ਹੁੰਦਾ। ਹਾਂ, ਮਤਲਬ ਤੁਸੀਂ ਇਹ ਲਿਖ ਸਕਦੇ ਹੋ ਕਿ ਸਪੈਸ਼ਲ ਜਿਊਰੀ ਅਵਾਰਡ ਮਿਲਿਆ ਹੋਇਆ ਇਸ ਫਿਲਮ ਨੂੰ, ਕਿਉਂਕਿ ਮੇਰੇ ਨਾਮ, ਮੈਂ ਪਹਿਲੀ ਵਾਰੀ ਜਿਊਰੀ 'ਚ ਬੈਠਾ, ਮੈਨੂੰ ਨਹੀਂ ਪਤਾ ਜਿਊਰੀ ਕੀ ਹੁੰਦੀ ਆ, ਪਰ ਮੈਨੂੰ ਸਵਾਦ ਬਹੁਤ ਆਇਆ ਇਸ ਗੱਲ ਦਾ ਜਦੋਂ ਉਹਨਾਂ ਨੇ ਕਿਹਾ ਨਾ ਕਿ ਆਨਰੇਬਲ ਜਿਊਰੀ। ਮੈਂ ਕਿਹਾ ਅੱਛਾ ਯਾਰ, ਮੈਂ ਨਾਲ ਦੀ ਨਾਲ ਹੀ ਆਪਦੇ ਆਪ ਨੂੰ ਐਂ ਸਮਝਣ ਲੱਗ ਗਿਆ ਵੀ ਕੋਈ ਸ਼ਾਮ ਬੇਨੇਗਲ ਸਾਹਿਬ ਦੇ ਲੈਵਲ ਦਾ ਬੰਦਾ ਮੈਂ। ਫਿਲਮ ਬਣਾਉਣਾ ਹੀ ਆਪਣੇ ਆਪ ਦੇ ਵਿੱਚ ਮਾਣਯੋਗ ਗੱਲ ਹੈ। ਫਿਲਮ ਬਣਾਉਣਾ ਹੀ ਆਪਦੇ ਆਪ ਵਿੱਚ ਇੱਕ ਇਨਾਮ ਪ੍ਰਾਪਤੀ ਵਾਲੀ ਗੱਲ ਆ। ਔਰ ਸ਼ਾਰਟ ਫਿਲਮ ਬਣਾਉਣਾ, ਜਿਵੇਂ ਪਹਿਲਾਂ ਕਹਿਤਾ, ਉਹਦਾ ਤੁਸੀਂ ਵੈਸੇ ਹੀ ਮਤਲਬ ਤੁਸੀਂ ਆਪਦੇ ਆਪ ਨੂੰ ਹੀ ਇਨਾਮ ਦੇ ਲਿਆ ਕਿ ਤੁਸੀਂ ਇੱਕ ਫਿਲਮ ਬਣਾ ਵੀ ਲਈ, ਐਡਿਟ ਵੀ ਕਰ ਲਈ, ਬੈਕਗਰਾਊਂਡ ਮਿਊਜ਼ਿਕ ਵੀ ਕਰ ਲਿਆ, ਉਹਨੂੰ ਐਸ ਸਕਰੀਨ ਤੱਕ ਵੀ ਲੈ ਆਏ। ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਇੱਕ ਤਾਂ ਸੈਲੂਟ ਆ ਮੇਰੇ ਵੱਲੋਂ। ਚਾਹੇ ਉਹ 5 ਮਿੰਟ ਦੀ ਬਣਾਈ, ਚਾਹੇ ਉਹ 15 ਮਿੰਟ ਦੀ ਬਣਾਈ, ਚਾਹੇ ਉਹ 10 ਮਿੰਟ ਦੀ ਬਣਾਈ, ਮੇਰੇ ਲਈ ਉਹ ਸਾਰੀਆਂ ਫਿਲਮਾਂ ਹੀ ਜਿਹੜੀਆਂ ਨੇ ਉਹ ਬਹੁਤ ਸਤਿਕਾਰਯੋਗ ਨੇ। ਪਰ ਕਿਉਂਕਿ ਕਰਨਾ ਪੈਂਦਾ, ਇਸ ਕਰਕੇ ਮੈਂ ਕਹੂੰਗਾ ਤੁਹਾਡਾ ਜ਼ਿਆਦਾ ਟਾਈਮ ਨਹੀਂ ਲੈਂਦਾ। ਫਾਈਨਲ ਰਿਜ਼ਲਟ ਮੈਂ ਪਹਿਲਾਂ ਦੱਸਦਾ। ਸਪੈਸ਼ਲ ਜਿਊਰੀ ਅਵਾਰਡ ਆ ਜਿਹੜਾ ਮੈਂ ਬਾਅਦ 'ਚ ਦੱਸੂਗਾ। ਫਾਈਨਲ ਰਿਜ਼ਲਟ ਦੇ ਵਿੱਚ ਜਿਹੜਾ ਤੀਜਾ ਥਾਂ ਉਹ ਆ ਫਿਲਮ ਰਿਸੈਪਸ਼ਨ। ਮੇਰੇ ਲਈ ਇੱਕ ਹੋਰ ਬਹੁਤ ਮਾੜੀ ਗੱਲ ਆ, ਮੈਂ ਸਾਰਿਆਂ ਨੂੰ ਹੀ ਜਾਣਦਾ। ਇਹ ਬਹੁਤ ਮਾੜੀ ਗੱਲ ਆ। ਹਰ ਫਿਲਮ ਦਾ ਹਰ ਐਕਟਰ, ਹਰ ਚਿਹਰਾ ਜਿਹੜਾ ਉਹਨੂੰ ਮੈਂ ਜਾਣਦਾ। ਉਹ ਮੈਨੂੰ ਨਾ ਜਾਣਦਾ ਹੋਵੇ ਬੇਸ਼ੱਕ, ਪਰ ਮੈਨੂੰ ਪਤਾ ਵੀ ਇਹ ਬੰਦਾ ਕੌਣ ਆ, ਆਹ ਡਾਇਰੈਕਟਰ ਕੌਣ ਆ, ਉਹ ਰਾਈਟਰ ਕੌਣ ਆ, ਆਹ ਜਿਹੜਾ ਰੋਲ ਕਰ ਰਿਹਾ ਇਹ ਕੁੜੀ ਕੌਣ ਆ, ਉਹ ਮੁੰਡਾ ਕੌਣ ਆ, ਸਾਰਿਆਂ ਨੂੰ ਜਾਣਦਾ ਮੈਂ। ਸੈਕੰਡ ਜਿਹੜਾ ਨੰਬਰ ਹੈ ਉਹ ਆ ਰੌਂਗ ਨੰਬਰ। ਤੇ ਫਸਟ ਮੇਰੀ ਕਾਫੀ ਲੜਾਈ ਹੋਈ ਵੈਸੇ ਮੇਰੇ ਨਾਲ ਦੇ ਜਿਹੜੇ ਜੱਜ ਨੇ ਉਹਨਾਂ ਨਾਲ। ਫਸਟ ਹੈ ਸੂਹੇ ਅੱਖਰ।
ਹੁਣ 2 ਫਿਲਮਾਂ ਨੇ ਜਿਹੜਾ ਸਪੈਸ਼ਲ ਜੂਰੀ ਅਵਾਰਡ ਜਿੱਦਾਂ ਸਪੈਸ਼ਲ ਚਾਈਲਡ ਹੁੰਦਾ, ਉਹੀ ਹੈ ਇਹ ਗੱਲ। ਮੇਰੇ ਦਿਲ ਦੇ ਮੈਨੂੰ ਬਹੁਤ ਟੁੰਬਿਆ ਉਹਨਾਂ ਫਿਲਮਾਂ ਨੇ। ਉਹਦੇ ਵਿੱਚ ਇੱਕ ਫਿਲਮ ਹੈ ਕੋਵਿਡ ਪੀਰੀਅਡ। ਤੇ ਦੂਸਰੀ ਫਿਲਮ ਹੈ ਸਿਰਜਣਹਾਰ। बाकी मेरा नंबर है जोड़ा वो 9988262870 है। 9988262870। जे मेरे नाल किसी ने कोई क्रिएटिव गल करनी होवे आपदी फिल्म बारे या बनाउण वाली फिल्म बारे या आउण वाली फिल्म बारे, तो मेरे नाल कदों मर्जी तुसीं कर सकदे हो। 9988262870 ਇਹਦੇ ਤੇ ਮੇਰਾ WhatsApp ਚੱਲਦਾ। ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਹੋਰ ਚੰਗੀਆਂ ਫਿਲਮਾਂ ਬਣਾਓ, ਹੋਰ ਵਧੀਆ ਫਿਲਮਾਂ ਬਣਾਓ। ਇਕੱਲੇ ਬਠਿੰਡੇ ਹੀ ਮੈਂ ਤਾਂ ਚਾਹੁੰਦਾ ਤੁਹਾਡੀਆਂ ਕਾਂਸ ਦੇ ਵਿੱਚ ਵੀ ਫਿਲਮਾਂ ਦਿਖਾਈਆਂ ਜਾਣ। ਤੁਹਾਡੀਆਂ ਤੁਸੀਂ ਉਹ ਕੰਮ ਕਰ ਸਕੋ ਜੋ ਅਸੀਂ ਨਹੀਂ ਕਰ ਸਕੇ, ਕਿਉਂਕਿ ਤੁਹਾਡੀ ਉਮਰ ਸਾਡੇ ਤੋਂ ਛੋਟੀ ਆ, ਤੁਸੀਂ ਸਾਡੇ ਤੋਂ ਅੱਗੇ ਲੰਘ ਸਕਦੇ ਹੋ। ਲਾਸਟ ਦੇ ਵਿੱਚ ਦੱਸਦਾ 7 ਸਾਲ ਦੀ ਉਮਰ ਦੇ ਵਿੱਚ ਇਹ ਕਿਹਾ ਸੀ ਬਾਪੂ ਨੂੰ ਕਿ ਫਿਲਮ ਮੇਕਰ ਬਣਨਾ। ਤੇ ਫਸਟ ਫਿਲਮ ਜਦੋਂ ਮੈਂ ਬਣਾਈ ਸੀ ਆਪਦੀ ਫੀਚਰ ਫਿਲਮ, ਤਾਂ ਮੈਂ 50 ਸਾਲਾਂ ਦਾ ਸੀ। 43 ਸਾਲ ਇੱਥੇ ਬੈਠੇ ਆ ਸਾਰੇ, ਇੱਕ ਵੀ ਬੰਦਾ ਇਹ ਕਹਿ ਦੇਵੇ ਕਿ 43 ਸਾਲਾਂ 'ਚ ਅਮਰਦੀਪ ਅਸੀਂ ਕੋਈ ਹੋਰ ਕੰਮ ਕਰਦਾ ਦੇਖਿਆ। ਸੰਗੀਤ, ਥੀਏਟਰ ਤੇ ਸਿਨੇਮਾ 43 ਸਾਲ ਇਸ ਗੱਲ ਤੇ ਫੋਕਸ ਕੀਤਾ, ਤਾਂ ਜਾ ਕੇ 50 ਸਾਲ ਦੀ ਉਮਰ ਦੇ ਵਿੱਚ ਫਿਲਮ ਰਿਲੀਜ਼ ਹੋਈ ਮੇਰੀ। ਔਰ ਜਿਸ ਦਿਨ ਮੈਂ ਬੈਠਾ ਸੀਗਾ ਉਹਦਾ YouTube ਤੇ ਹੈਗਾ ਉਹ ਵੀਡੀਓ, ਜਿੱਦਾਂ ਜੋਰਾ ਦਾ ਟੀਜ਼ਰ ਰਿਲੀਜ਼ ਹੋਇਆ ਜਿਹਦਾ ਸਨੀ ਸੁਪਰ ਸਾਊਂਡ 'ਚ ਹੋਇਆ ਸੀ। ਤੇ ਮੇਰੇ ਨਾਲ ਧਰਮਿੰਦਰ ਜੀ ਬੈਠੇ ਸੀਗੇ ਜਿਹੜੇ ਸ਼ੋਲੇ ਦੇ ਵਿੱਚ ਹੀਰੋ ਸੀਗੇ। ਇਹਨਾਂ ਦੀਆਂ ਫਿਲਮਾਂ ਅਸੀਂ ਲੀੜੇ ਪੜਾ ਕੇ ਦੇਖੀਆਂ। ਉਹ ਧਰਮਿੰਦਰ ਜੀ ਮੇਰੇ ਨਾਲ ਬੈਠੇ ਸੀ, ਮੈਂ ਉਹਨਾਂ ਦੇ ਨਾਲ ਬੈਠਾ ਸੀ। ਮੈਂ ਉਹਦੇ ਵਿੱਚ ਸਨੀ ਸੁਪਰ ਸਾਊਂਡ 'ਚ ਵੀ ਆਹੀ ਗੱਲ ਕਹੀ ਸੀ ਕਿ ਮੈਂ 7 ਸਾਲ ਦੀ ਉਮਰ 'ਚ ਸੁਪਨਾ ਦੇਖਿਆ ਸੀ ਜੀ, ਤੇ 50 ਸਾਲ ਦੀ ਉਮਰ 'ਚ ਮੈਂ ਫਿਲਮ ਬਣਾ ਲਈ। 43 ਸਾਲ ਲੱਗ ਗਏ, ਪਰ ਬਹੁਤ ਥੋੜਾ ਟਾਈਮ ਆ 43 ਸਾਲ, ਕੋਈ ਵੱਡੀ ਗੱਲ ਨਹੀਂ, ਕੁਛ ਵੀ ਕੀਤਾ ਜਾ ਸਕਦਾ। ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਭ ਇੱਛਾਵਾਂ। ਜਿਨ੍ਹਾਂ ਨੂੰ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਤੇ ਲੱਗੀਆਂ ਉਹਨਾਂ ਦਾ ਵੀ ਧੰਨਵਾਦ, ਜਿਨ੍ਹਾਂ ਨੂੰ ਨਹੀਂ ਲੱਗੀਆਂ ਉਹਨਾਂ ਦਾ ਵੀ ਧੰਨਵਾਦ। ਧੰਨਵਾਦੀ ਹਾਂ ਰਿਸਪੈਕਟਡ ਸਰਦਾਰ ਅਮਰਦੀਪ ਸਿੰਘ ਗਿੱਲ ਜੀ ਦਾ। ਤੁਹਾਨੂੰ ਸੁਣ ਕੇ ਹੋਰ ਜਾਣਿਆ ਅਸੀਂ, ਮਤਲਬ ਅਸੀਂ ਨਵੀਂ ਜਨਰੇਸ਼ਨ ਆ, ਨਾਮ ਸੁਣਿਆ ਸੀ ਜਾਂ ਫੇਸਬੁੱਕ ਤੇ ਵੀ ਤੁਹਾਨੂੰ ਅਸੀਂ ਸਰਚ ਕਰਦੇ ਆ, ਬਟ ਜਦੋਂ ਰੂਬਰੂ ਗੱਲ ਹੁੰਦੀ ਹੈ ਤਾਂ ਫਿਰ ਪਤਾ ਲੱਗਦਾ ਕਿ ਸ਼ਖਸੀਅਤ ਕਿੰਨੀ ਕੁ ਡੂੰਘੀ ਜਾਂ ਸਿਰੜੀ ਹੈ। ਤੇ ਵਾਕਈ ਸਿਰੜੀ ਹੈ। ਜਿਨ੍ਹਾਂ ਦੀ ਫਿਲਮ ਦੇਖੀ ਉਹਨਾਂ ਨੂੰ ਨਾਲ ਬਿਠਾ ਲਿਆ ਇੱਕ ਦਿਨ। ਬਹੁਤ ਬਹੁਤ ਕਲੈਪਿੰਗ ਸਰ ਤੁਹਾਡੇ ਲਈ। ਤੇ ਮੈਂ ਰਿਕੁਐਸਟ ਕਰਦੀ ਹਾਂ ਰਣਜੀਤ ਸਿੰਘ ਸੰਧੂ ਸਰ ਨੂੰ ਸਟੇਜ ਤੇ ਆਉਣ ਫॉर द फाइनल प्राइज डिस्ट्रीब्यूशन। शायद फिल्म सूबे अखर की टीम जिहड़ी है वो साडे कोल नहीं पहुंच सकी किसी कारण, तो इस तो बाद सेकंड प्राइज सेकंड मूवी इज रॉन्ग नंबर बाय मिस्टर जितेंद्र जी। रॉन्ग नंबर बाय जितेंद्र जी। बहुत बहुत मुबारक सर फॉर द अवार्ड। The movie on third position, Reception, by Mr. Sumandeep Singh. I request the team to kindly come near the stage for the award.
फिल्म रिसैप्शन दी टीम, डायरैक्टर सुमनदीप सिंह, पूरी ही टीम ਵਧਾਈਆਂ ਦੀ ਪਾਤਰ है। स्पेशल जूरी अवार्ड सिरजनहार, फिल्म सिरजनहार। ਅਸੀਂ ਟੀਮ ਨੂੰ ਰਿਕੁਐਸਟ ਕਰਦੇ ਹਾਂ ਕਿ ਪਲੀਜ਼ ਉਹ ਆਪਣੀ ਵਰਦੀ ਪ੍ਰੈਜ਼ੈਂਸ ਦੇ ਨਾਲ ਸਟੇਜ ਤੇ ਆਉਣ। ਜੀ ਸਰ, ਰਣਜੀਤ ਸਰ ਸਰਟੀਫਿਕੇਟ। अगली फिल्म है जी कोविड पीरियड। आई रिक्वेस्ट द टीम टू काइंडली बी रेडी फॉर द सेम। नेक्स्ट सर्टिफिकेट वी नीड कोविड पीरियड स्पेशल जूरी अवार्ड। अ बिग राउंड ऑफ अपलॉज फॉर द विनर्स। अगली फिल्म है जी समा बाय रमन हांडा। दिस इज़ द पार्टिसिपेशन सर्टिफिकेट। पार्टिसिपेशन सर्टिफिकेट सारिया मूवीज़ ਨੂੰ ਦਿੱਤਾ ਜਾਏਗਾ एंड ਅਸੀਂ सल्यूट करते हैं ਤੁਹਾਡੇ ਇਸ उद्यम ਨੂੰ क्योंकि ये बहुत ही मुश्किल है एंड ਤੁਸੀਂ लोग बहुत सिरड़ी हो जिन्होंने ये उद्यम किया एंड फाइनेंसेस अरेंज किए फॉर द सेम। कॉन्ग्रेचुलेशंस। समा बाय रमन हांडा। Next in the line is participation certificate to film Vote by Mr. Sukhdev Ladar. Participation certificate for film Vote to Mr. Sukhdev Ladar. Next in the line is Day to Day by Mr. Deepak Saini. Day to Day by Mr. Deepak Saini. ਹਲੂਨੀ ਜੈਸੀ ਕੁਝ ਕੀ ਸੀਗਾ ਇਸ ਫਿਲਮ ਦਾ ਸਰ? ਕੁਝ ਹੌਰਰ ਮੂਵੀ ਸੀਗੀ ਇਹ ਐਂਡ ਇਹ ਬਹੁਤ ਹੀ ਟਫ ਸੀਗਾ ਇੱਥੇ ਸੋਚਣਾ ਆਪਣੇ ਲੈਵਲ ਤੇ। ਨੈਕਸਟ ਇੱਕ ਸਿਰਫ ਇੱਕ ਜਿਸ ਵਿੱਚ ਸਰਦਾਰ ਭਗਤ ਸਿੰਘ ਜੀ ਦੀ ਗੱਲ ਵੀ ਕੀਤੀ ਗਈ। ਆਈ ਰਿਕੁਐਸਟ ਮਿਸਟਰ ਨੀਰਜ ਐਂਡ ਹਿਸ ਟੀਮ ਟੂ ਕਾਈਂਡਲੀ ਕਮ ਔਨ ਦ ਸਟੇਜ ਫॉर ਦ ਸਰਟੀਫਿਕੇਟ। I was not able to understand the title MANIKN by Mr. Sumer. So can you please tell us the title? What is the exact pronunciation of the title of your film? Mannequin. Okay. Thuha film. I request the team to kindly grace the stage with their worthy presence. We are arranging the certificate. Meanwhile, I request the cameraman to kindly capture the photo. So we have to wait for a while. Sorry. हाँ जी, जे साडे तो कोई नाम मिस होया होवे तो प्लीज़ एक बार खड़े होके सानू हेल्प कर दो इहदे लई। हाँ जी प्लीज़। जी सर।
ਕਿਰਪਾ ਕਰਕੇ ਬਠਿੰਡਾ ਫਿਲਮ ਫੈਸਟੀਵਲ ਦੇ ਲਈ ਬਠਿੰਡਾ ਵਾਸੀਆਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਇੱਕ ਇਨੀਸ਼ੀਏਟਿਵ ਜਦੋਂ ਰਣਜੀਤ ਜੀ ਨੇ ਮੇਰੇ ਨਾਲ ਸ਼ੇਅਰ ਕੀਤਾ, ਮੈਨੂੰ ਆਪਣੇ ਆਪ ਨੂੰ ਕੰਨਾਂ ਨੂੰ ਸੁਣ ਕੇ ਬੜਾ ਵਧੀਆ ਲੱਗਿਆ ਕਿ ਵਾਓ ਰਣਜੀਤ ਜੀ ਬਹੁਤ ਵਧੀਆ ਐਂਡ ਵੀ ਮਸਟ ਗੋ ਫॉर ਇਟ, ਆਪਾਂ ਨੂੰ ਇਹ ਕਰਨਾ ਚਾਹੀਦਾ ਹੈ। ਤੇ ਅੱਜ ਇੱਥੇ ਆ ਕੇ ਮੈਨੂੰ ਐ ਲੱਗਦਾ ਵੀ ਮੈਂ ਆਪਦੇ ਆਪ ਨੂੰ ਬਹੁਤ ਧਨੀ ਮਹਿਸੂਸ ਕਰ ਰਹੀ ਹਾਂ ਕਿ ਮੈਂ ਬਹੁਤ ਕੁਝ ਸਿੱਖਿਆ। ਤੇ ਤੁਹਾਨੂੰ ਸਾਰਿਆਂ ਨੂੰ ਇੱਕ ਚੀਜ਼ ਹੋਰ ਦੱਸਣਾ ਚਾਹੁੰਦੀ ਹਾਂ ਰਣਜੀਤ ਜੀ ਦੇ ਨਾਲ ਕਿ ਇਹ ਜਿਵੇਂ ਬੜੇ ਰਿਕੁਐਸਟਿੰਗ ਮੋਡ ਤੇ ਹੁੰਦੇ ਨੇ, ਹੈ ਨਾ? ਹਾਂਜੀ, ਹੀ ਇਜ਼ ਲਾਈਕ ਦੈਟ। ਮੈਂ ਆਪਦੀ ਫਰਸਟ ਸ਼ਾਰਟ ਮੂਵੀ ਰਣਜੀਤ ਜੀ ਨਾਲ ਹੀ ਬਣਾਈ ਸੀ। ਇਹਨਾਂ ਨੇ ਮੈਨੂੰ ਆ ਕੇ ਸਕ੍ਰਿਪਟ, ਮੈਂ ਕਿਹਾ ਰਣਜੀਤ ਜੀ ਮੈਨੂੰ ਐਕਟਿੰਗ ਸਕੂਲ ਟਾਈਮਸ ਥੋੜੀ ਮੋਟੀ ਕੀਤੀ ਆ ਪਰ ਮੇਰੇ ਤੋਂ ਹੋਣੀ ਨਹੀਂ, ਪਰ ਇਹਨਾਂ ਨੇ ਮੇਰੇ ਤੋਂ ਕਰਵਾ ਲਈ। ਫਿਰ ਹੋਰ ਵੀ ਬੰਦ ਬੂਹੇ ਮੂਵੀ ਅਸੀਂ ਕੀਤੀ। ਤੇ ਮੈਂ ਤੁਹਾਡੇ ਨਾਲ ਇੱਕ ਚੀਜ਼ ਹੋਰ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਪਿਛਲੇ ਹਫਤੇ ਮੇਰੀ ਇੱਕ ਸ਼ਾਰਟ ਮੂਵੀ ਰਿਲੀਜ਼ ਹੋਈ ਹੈ ਇਨਸਾਫ, ਜਿਹੜੀ ਕਿ ਡਿਸਟ੍ਰਿਕਟ ਲੀਗਲ ਸਰਵਿਸਿਜ਼ ਅਥਾਰਟੀਜ਼ ਬਠਿੰਡਾ ਵੱਲੋਂ ਬਣਾਈ ਗਈ ਹੈ। ਫਿਰ स्टेट लीगल सर्विसेज अथॉरिटीज हाई कोर्ट, माननीय हाई कोर्ट जजेस ने एप्रीशिएट करके हाई कोर्ट पंजाब एंड हरियाणा दे विच दिखाई गई ते सुप्रीम कोर्ट ने अपनी इनैलसा वैबसाइट दे उत्ते पा लिया है। वो मूवी दे विच सिर्फ की 25 मिनट की मूवी है जिहदे 20 मिनट दे विच जिन्ने डायलॉग ने वो कानूनी धारावां ही ने। ਜਿਹੜੇ ਵੀ ਕਲਾਕਾਰ ਕੁਝ ਬੋਲ ਰਹੇ ਨੇ ਉਹ ਬੋਲ ਨਹੀਂ ਰਹੇ, ਤੁਹਾਨੂੰ ਕਾਨੂੰਨ ਬਾਰੇ ਦੱਸ ਰਹੇ ਨੇ। ਔਰ ਅਮਰਦੀਪ ਸਿੰਘ ਸਰ, ਮੈਂ ਤਾਂ ਆਮ ਟੋਟਲੀ ਲਾਈਕ ਟੱਚ ਮੂਵਡ ਐਂਡ ਇਨਸਪਾਇਰਡ ਜਿਸ ਤਰੀਕੇ ਦੇ ਨਾਲ ਤੁਸੀਂ ਆਪਦੇ ਸ਼ੇਅਰ ਕਰ ਰਹੇ ਸੀਗੇ। ਐਂਡ ਹਾਰਟੀਐਸਟ ਕੰਗ੍ਰੈਚੁਲੇਸ਼ਨਸ ਟੂ ਆਲ ਦ ਟੀਮ। ਪਰ ਇਹਨਾਂ ਵਿੱਚ ਜਿਹੜੀ ਸਪੈਸ਼ਲ ਜੂਰੀ मूवी ਜਿਹੜੀ ਹੈ ਕੋਵਿਡ ਪੀਰੀਅਡ, ਇਹਦੇ ਬਾਰੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਜੋ ਮੂਵੀ ਦੇ ਵਿੱਚ ਦਿਖਾਇਆ ਗਿਆ, ਕਿਉਂਕਿ ਮੈਂ ਇੱਕ ਡਾਕਟਰ ਪਰਿਵਾਰ ਨਾਲ ਸੰਬੰਧਿਤ ਹਾਂ, ਮੇਰੇ ਪਰਿਵਾਰ ਦੇ ਮੈਂਬਰ ਡਾਕਟਰ ਨੇ, ਤਾਂ ਮੈਂ ਉਹਨਾਂ ਦੇ ਚਿਹਰਿਆਂ ਤੇ ਉਹ ਨਿਸ਼ਾਨ, ਉਹ ਤਕਲੀਫ ਉਹਨਾਂ ਤੇ ਦੇਖੀ। ਔਰ ਮੈਂ ਆਪਣੀ ਨਨਾਣ ਨੂੰ 2 ਸਾਲ ਕੋਵਿਡ ਦੇ ਟਾਈਮ ਦੇ ਵਿੱਚ ਉਹਨਾਂ ਦੇ ਘਰੇ ਨਹੀਂ ਜਾ ਸਕੀ क्योंकि मैं थोड़ी डिफॉल्टर ज़्यादा सोशली एक्टिव होने करके, तो मैनू उन्होंने कहा भी यू कैन ब्रिंग द डिजीज से असी पेशेंट्स देखने होंगे ने, तुसी नहीं आना साडे घरे। तो ये वाकई ऐही सीगा। और वंस अगेन रणजीत जी नू कांग्रेचुलेशंस, जिन्हां दे उद्यम सदका अज दा थिएटर, अज दा बठिंडा फैस्टिवल पॉसिबल हो सकिया। ते टू ऑल द सारी टीम मैंबर्स नू, सर दा, ज्यूरी मैंबर्स दा, जिन्हां ने बठिंडे दे विच आके बठिंडे दा मान वधाया कि बठिंडे एक मैं मेरे नानके इत्थे ने ते मैं पटियाले विआही भी बठिंडे गई हां, तां बठिंडे नाल पुखराज थिएटर नाल मेरा शुरू तो बहुत प्यार रहा है। बठिंडे वाले मोटी हर चीज़ की ने, क्योंकि ये दिल दी सुनते ने ते दिल दी करते ने, एवें ही आपदे दिल दियां करी चलो, दिखावे तो दूर हो। सत श्री अकाल, थैंक यू। मैं रिक्वेस्ट करती हूँ मैम कि मैम प्लीज पास ओवर द माइक टू कुल सिद्धू जी। मैम प्लीज अपना एक्सपीरियंस साडे नाल शेयर करो। सत श्री अकाल। पहला तो सारे मैनू अचानक ही माइक फड़ा दिता गया, तो मैं बिल्कुल सोच के नहीं सी आई कि मैं कुछ बोलूँगी। इतने सारे मेरे तो बड़े ने, इसे टीचर होम्स में प्ले करती रही हाँ, रिहर्सल करती रही हाँ, जोड़ा मेरी जिंदगी मोड़ आया वो भी टीचर होम ही मैं रिहर्सल करती थी जिस वेले अन्ने घोड़े का दान फिल्म दे ऑडिशन लैन आए हुए थे बॉम्बे तो। सो मैं इतों ही गई थी ऑडिशन देने और 5 मिनट्स वापस मैं आपका आ गई थी कि मेरी रिहर्सल बाकी है। तो मैनू ये टोनी सर का फोन आया कि तू जा भी रही, 2-3 दिन हो गए सी उन्होंने मैनू ये कहते कि ऑडिशन नहीं जा। तो उन्होंने डरती मैं गई थी, शायद जो मैनू उन्होंने फोन ना आंदा ते वो मैनू ना झिड़कदे, शायद मैं अज इत्थे ना होंदी। तो
ਸਾਰੇ ਹੀ ਇੱਥੇ ਬੈਠੇ ਨੇ। ਮੈਂ ਸਤਪਾਲ ਜੀ ਨਾਲ ਵੀ ਥੀਏਟਰ ਕੀਤਾ, ਫਿਰ ਰਾਜੀਵ ਜੀ ਰੇਡੀਓ ਸਟੇਸ਼ਨ ਅਸੀਂ ਬਹੁਤ ਗਏ ਹਾਂ, ਔਰ ਅਮਰਦੀਪ ਸਰ ਇਹਨਾਂ ਨਾਲ ਮੈਂ ਬਹੁਤ ਫਿਲਮਾਂ ਕੀਤੀਆਂ। ਇੱਥੇ ਸਾਰੇ ਮੇਰੇ ਸਤਿਕਾਰਯੋਗ ਨੇ। ਆ ਜਿਹੜੀਆਂ ਹੁਣ ਆਪਾਂ ਫਿਲਮਾਂ ਦੇਖੀਆਂ, ਇਹਨਾਂ ਤੋਂ ਵੀ ਮੈਂ ਬਹੁਤ ਕੁਝ ਸਿੱਖਿਆ। ਇਹ ਭਾਵੇਂ ਹਲੇ ਛੋਟੀਆਂ ਫਿਲਮਾਂ ਬਣਾ ਰਹੇ ਨੇ, ਜਿਵੇਂ ਕਿ ਸਰ ਨੇ ਕਿਹਾ ਕਿ ਮਿਹਨਤ ਉਹਨਾਂ ਤੇ ਵੱਡੀਆਂ ਫਿਲਮਾਂ ਤੋਂ ਜ਼ਿਆਦਾ ਲੱਗਦੀ ਹੈ। ਸੋ ਦੇਖਿਆ ਜਾਵੇ ਤਾਂ ਇਹ ਵੱਡੀਆਂ ਫਿਲਮਾਂ ਨੇ। तो मैं माइक दूंगी गुरसेवक भाजी को। थैंक यू सो मच। सर प्लीज अपनी फीलिंग्स आगे शेयर करो। हाँ जी, सत श्री अकाल सारिਆਂ ਨੂੰ। ਵੈਸੇ ਗਿੱਲ ਸਾਹਿਬ ਨੇ ਸਾਡੇ ਨਾਲ ਮਨ ਦੀਆਂ ਗੱਲਾਂ ਸਾਰੀਆਂ ਗਿੱਲ ਸਾਹਿਬ ਨੇ ਕਰਤੀਆਂ, ਜੋ ਸਾਡੇ ਕਰਾਉਂਦੀ ਸੀ ਵੱਡੇ ਭਾਈ ਸਾਡੇ ਚੰਡੀਗੜ੍ਹ ਯੂਨੀਵਰਸਿਟੀ ਕਦਾਨੀ ਆਰਟ ਦੀ ਫਿਲਮਾਂ ਦੀ ਇਹਨਾਂ ਦੇ ਇੰਨੇ ਸਾਲ ਦਾ ਜੋ ਐਕਸਪੀਰੀਅੰਸ ਹੈ, ਉਹੀ ਅਸੀਂ ਬਠਿੰਡੇ ਇੱਥੇ ਜਦੋਂ ਇਹਨਾਂ ਨਾਲ ਹੀ ਅਸੀਂ ਵੀ ਇੱਥੋਂ ਦੇ ਲੋਕਲ ਹੀ ਹਾਂ, ਉਹੀ ਸਾਡੇ ਫੀਲਿੰਗ ਸੇਮ ਮਿਲ ਜਾਂਦੀਆਂ ਬਹੁਤ ਥਾਵਾਂ 'ਤੇ। ਫਿਲਮਾਂ ਵਾਲੇ ਜਦੋਂ ਅਸੀਂ ਪਿੱਛੇ ਜੇ ਕਾਫੀ ਟਾਈਮ ਦੇ ਸੋਸ਼ਲ ਮੀਡੀਆ ਆਇਆ ਅਤੇ ਅਸੀਂ ਕੋਈ ਫਿਲਮ ਆਉਂਦੀ ਉਹਦੇ ਬਾਰੇ ਕੁਛ ਲਿਖ ਦਿੰਦੇ, ਕਈ ਸਾਨੂੰ ਮੈਸੇਜ ਆਉਂਦੇ ਕਿ ਤੁਸੀਂ ਫਿਲਮਾਂ ਤਾਂ ਅਸੀਂ 30-35 ਸਾਲ ਤੱਕ ਦੇਖ ਲਈਆਂ ਸੀਗੀਆਂ, ਉਦੋਂ ਹੁਣ ਫਿਲਮਾਂ ਦਾ ਕੀ ਮਤਲਬ ਰਹਿ ਗਿਆ। ਤਾਂ ਅਸੀਂ ਉਹਨਾਂ ਨੂੰ ਦੇਖ ਕੇ ਗੱਲ ਹੁੰਦੇ ਵੀ ਯਾਰ ਫਿਲਮਾਂ ਤਾਂ ਸਾਡੇ ਤਾਂ ਉਹਦੀ 10 ਸਾਲ ਦੀ ਉਮਰ 'ਚ ਜਦੋਂ ਸਾਡੀ ਕਿਉਰਿਓਸਿਟੀ ਹੁੰਦੀ ਸੀ ਫਿਲਮ ਦੀ, ਅੱਜ ਵੀ ਉਵੇਂ ਹੀ ਦੇਖਦੇ ਹਾਂ। 20 ਸਾਲਾਂ ਦੀ ਹੋਈ ਸੀਗੀ, 35 ਸਾਲਾਂ ਦੀ ਹੋਈ ਸੀ। ਤਾਂ ਸਿਨੇਮਾ ਚੇਂਜ ਹੋਈ ਜਾਂਦਾ ਹੈ। ਆਰਟ ਕਲਾ ਜਿਹੜਾ ਕਹਿਣ ਦਾ ਮਾਧਿਅਮ ਹੈ ਸਮਾਜ ਨੂੰ, ਇਹ ਬਹੁਤ ਸ਼ਕਤੀਸ਼ਾਲੀ ਮਾਧਿਅਮ ਹੈ ਅਤੇ ਇਹਨੂੰ ਕਿਸੇ ਵੀ ਤਰ੍ਹਾਂ ਦਾ ਇਗਨੋਰ ਤਾਂ ਕੀਤਾ ਨਹੀਂ ਜਾ ਸਕਦਾ। ਕੋਈ ਇਸ ਤਰ੍ਹਾਂ ਦਾ ਹੈ ਨਹੀਂ ਗਾ ਵੀ ਇਹ ਹੁਣ ਸ਼ਾਰਟ ਮੂਵੀ ਹੈ ਜਿਹੜੀ ਬਹੁਤ ਛੋਟੇ ਸਮੇਂ 'ਚ ਗੱਲ ਕਹਿਣ ਦਾ ਬਹੁਤ ਉਦੋਂ ਵੀ ਸ਼ਕਤੀਸ਼ਾਲੀ ਮਾਧਿਅਮ ਮੈਂ ਤਾਂ ਇਹਨੂੰ ਮੰਨਦਾ। ਇਹ ਬਹੁਤ ਸੋਹਣਾ ਉਦਮ ਕੀਤਾ ਇਹਨਾਂ ਵੀਰਾਂ ਨੇ ਜੋ ਇਸ ਤਰ੍ਹਾਂ ਦਾ ਇਹ ਬਠਿੰਡੇ ਪਹਿਲਾ ਫਿਲਮ ਫੈਸਟੀਵਲ ਹੋਇਆ। ਸਭ ਨੂੰ ਵਧਾਈਆਂ, ਔਰ ਅਸੀਂ ਉਮੀਦ ਕਰਦੇ ਹਾਂ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਹੁੰਦੇ ਰਹਿਣਗੇ ਅਤੇ ਇਹ ਬਠਿੰਡੇ ਨਿਵਾਸੀਆਂ ਦੀ ਏਕਤਾ ਦੀ ਦਿਲੀ ਖਾਹਿਸ਼ ਹੈ ਸਭ ਦੀ। ਧੰਨਵਾਦ। ਹਾਂਜੀ, ਇੱਕ ਵਾਰ ਰਣਜੀਤ ਸਿੰਘ ਸੰਧੂ ਸਰ ਨੇ ਫੇਰ ਬੇਨਤੀ ਕੀਤੀ ਹੈ ਕਿ ਜਿਹੜੀ ਮੂਵੀ ਫਸਟ ਆਈ ਹੈ ਉਹਨਾਂ ਨੂੰ 5200 ਰੁਪਏ ਦਾ ਪ੍ਰਾਈਜ਼ ਅਤੇ ਸੈਕਿੰਡ ਲਈ 3100 ਰੁਪਏ ਦਾ ਪ੍ਰਾਈਜ਼ ਦਿੱਤਾ ਜਾਏਗਾ। ਸੋ ਪਲੀਜ਼ ਇਸ ਨੂੰ ਨੋਟ ਕਰ ਲਿਆ ਜਾਵੇ। ਸੋ ਹੁਣ ਆਪਣੀ ਆਖਰੀ ਜੋ ਰਸਮ ਆਖਰੀ ਹੈ ਪਰ ਬਹੁਤ ਇੰਪੋਰਟੈਂਟ ਰਸਮ ਹੈ, ਅਸੀਂ ਆਪਣੀ ਜੂਰੀ ਨੂੰ ਆਨਰ ਕਰਨ ਦੇ ਲਈ ਮੈਂ ਰਿਕੁਐਸਟ ਕਰਦੀ ਹਾਂ ਬਠਿੰਡਾ ਟੀਮ ਫੈਸਟੀਵਲ ਦੀ ਟੀਮ ਅਤੇ ਸਾਡੇ ਆਨਰੇਬਲ ਚੀਫ ਗੈਸਟ ਦਾ ਵੀ ਕਿ ਸਭ ਤੋਂ ਪਹਿਲਾਂ ਸਰਦਾਰ ਗੁਰਸੇਵਕ ਸਿੰਘ ਚਾਹਲ ਜੀ ਨੂੰ ਇੱਕ ਟੋਕਨ ਆਫ ਰਿਸਪੈਕਟ ਦੇ ਕੇ ਸਨਮਾਨਿਤ ਕੀਤਾ ਜਾਵੇ। ਹਾਂਜੀ, ਮੇਰਾ ਨਾਮ ਹੁਸਨਪ੍ਰੀਤ ਕੌਰ ਹੈ ਜੀ, ਫਰੋਮ ਬਠਿੰਡਾ। ਮੂਵੀ ਤਾਂ ਸਾਰੇ ਵਧੀਆ ਲੈ ਕੇ ਆਏ ਸੀ। ਥੀਏਟਰ ਆਰਟਿਸਟ ਆ, ਬਹੁਤ ਮਿਹਨਤ ਕਰਦੇ ਆ, ਮੈਨੂੰ ਵੀ ਪਤਾ ਜੀ, ਮੈਂ ਵੀ ਆਰਟਿਸਟ ਹਾਂ, ਤਾਂ ਉਸ ਹਿਸਾਬ ਨਾਲ ਜੱਜਮੈਂਟ ਵੀ ਸਭ ਬਹੁਤ ਵਧੀਆ ਰਹੀ ਹੈ ਇਹਨਾਂ ਦੀ। ਸਾਨੂੰ 3rd ਪ੍ਰਾਈਜ਼ ਮਿਲਿਆ। ਇਹਦੀ ਡਾਇਰੈਕਸ਼ਨ ਕੀਤੀ ਹੈ ਸੁਮਨਦੀਪ ਸਿੰਘ ਨੇ, ਬਹੁਤ ਮਿਹਨਤ ਕੀਤੀ ਹੈ ਸੁਮਨਦੀਪ ਸਿੰਘ ਨੇ ਵੀ, ਔਰ ਇੱਕ ਆਰਟਿਸਟ ਨੂੰ ਪਹਿਲਾਂ ਇਕੱਠਾ ਕੀਤਾ, ਮਨਾਇਆ, ਸਟੋਰੀ ਸਮਝਾਈ। ਬਹੁਤ ਮਿਹਨਤ ਦੇ ਬਾਵਜੂਦ ਇਹ ਫਿਲਮ ਬਣੀ ਰਿਸੈਪਸ਼ਨ, ਤਾਂ ਸਾਨੂੰ 3rd ਪ੍ਰਾਈਜ਼ ਮਿਲਿਆ ਜੀ। ਸਤਿ ਸ਼੍ਰੀ ਅਕਾਲ ਸਰ, ਮੈਂ ਰਾਜਵੀਰ ਕੌਰ ਤੇ ਮੈਂ ਸ਼ੇਅਰ ਕਰ ਰਹੀ ਹਾਂ ਆਪਣੀਆਂ ਫੀਲਿੰਗਸ ਬਠਿੰਡਾ ਫਿਲਮ ਫੈਸਟੀਵਲ ਬਾਰੇ। ਜਿਵੇਂ ਕਿ ਨਾਮ ਹੀ ਇੱਕ ਬਹੁਤ ਰਿਚ ਫੀਲਿੰਗ ਦਿੰਦਾ ਆਪਣੇ ਆਪ 'ਚ ਕਿ ਬਠਿੰਡੇ ਦੇ ਵਿੱਚ ਫਿਲਮ ਫੈਸਟੀਵਲ ਹੋ ਰਿਹਾ। ਜਿੱਦਾਂ ਹੀ ਆਪਾਂ ਇਹਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ, WhatsApp ਤੇ ਸਾਰੇ ਫਰੈਂਡਸ ਪੁੱਛ ਰਹੇ ਸੀ ਕਿ ਅੱਛਾ ਫਿਲਮ ਫੈਸਟੀਵਲ ਬਠਿੰਡੇ ਦੇ ਵਿੱਚ ਹੋ ਰਿਹਾ, ਤਾਂ ਇੰਨੀ ਖੁਸ਼ੀ ਵਾਲੀ ਇਹ ਗੱਲ ਹੈ। ਐਂਡ ਮੈਂ ਬਹੁਤ ਹੀ ਗੋਲਡਨ ਫਿਊਚਰ ਦੀ ਉਮੀਦ ਕਰਦੀ ਹਾਂ ਕਿ ਮੈਂ ਮਤਲਬ ਇੱਕ ਡਰੀਮ ਹੈ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਬਹੁਤ ਵੱਡੇ ਲੈਵਲ 'ਤੇ ਫੰਕਸ਼ਨ ਹੋਵੇ। ਅਤੇ ਇਸ ਦੇ ਨਾਲ ਜਿਹੜੇ ਡਾਇਰੈਕਟਰ ਨੇ ਜੋ ਸ਼ਾਰਟ ਮੂਵੀਜ਼ ਦੇ ਵਿੱਚ ਆਪਣੀ ਕ੍ਰੀਏਟੀਵਿਟੀ ਨੂੰ ਉਭਾਰਨ ਦੀ ਕੋਸ਼ਿਸ਼ ਕਰ ਰਹੇ ਨੇ ਜਾਂ ਉੱਥੇ ਉਹ ਮਿਹਨਤ ਕਰ ਰਹੇ ਨੇ, ਤਾਂ ਉਹਨਾਂ ਨੂੰ ਇੱਕ ਪਲੇਟਫਾਰਮ ਮਿਲ ਰਿਹਾ ਪੰਜਾਬ ਦੇ ਵਿੱਚ ਪਹਿਲੀ ਵਾਰ, ਜਿੱਥੇ ਸ਼ਾਰਟ ਮੂਵੀ ਨੂੰ ਵੀ ਅਵਾਰਡ ਦਿੱਤਾ ਜਾ ਰਿਹਾ। ਤਾਂ ਆਪਣੇ ਆਪ ਦੇ ਵਿੱਚ ਹੀ ਇੱਕ ਪ੍ਰਾਪਤੀ ਹੈ ਅਤੇ ਬਠਿੰਡਾ ਫਿਲਮ ਫੈਸਟੀਵਲ ਦੀ ਪੂਰੀ ਟੀਮ ਵਧਾਈਆਂ ਦੀ ਪਾਤਰ ਹੈ। ਹਾਂਜੀ, ਬਹੁਤ ਜਿਵੇਂ ਜਬ ਵੀ ਮੈਟ ਤਾਂ ਸਾਰਿਆਂ ਨੂੰ ਯਾਦ ਹੀ ਹੈ। ਬਠਿੰਡੇ ਨੂੰ ਵੈਸੇ ਇੱਕ ਕਾਮਿਕ ਰੂਪ ਦੇ ਵਿੱਚ ਸ਼ੋਅ ਕਰਦੇ ਸੀ। ਜਬ ਵੀ ਮੈਟ ਦੇ ਵਿੱਚ ਕਰੀਨਾ ਕਪੂਰ ਨੂੰ ਬਠਿੰਡਾ ਦੀ ਸਿੰਘਣੀ ਦੇ ਵਿੱਚ ਸ਼ੋਅ ਕੀਤਾ। ਉਹ ਨਾਮ ਸੁਣ ਕੇ ਹੀ ਵਧੀਆ ਲੱਗਦਾ ਸੀ। ਤਾਂ ਹੁਣ ਕੀ ਪਤਾ ਇਨ ਫਿਊਚਰ ਬਠਿੰਡਾ ਮੂਵੀਜ਼ ਦਾ ਹੱਬ ਬਣ ਜਾਵੇ, ਅਤੇ ਆਪਾਂ ਇਹੀ ਪ੍ਰੇ ਕਰਦੇ ਹਾਂ ਕਿ ਇਹ ਹੋਣਾ ਵੀ ਚਾਹੀਦਾ। ਬਠਿੰਡੇ ਦੇ ਵਿੱਚ ਬਹੁਤ ਸਾਰੇ ਕਲਾਕਾਰ ਨੇ, ਬਹੁਤ ਕਲੀਅਰ ਹਾਰਟਡ ਲੋਕ ਨੇ, ਤਾਂ ਬਠਿੰਡੇ ਨੂੰ ਇਹ ਬਲੈਸਿੰਗਸ ਮਿਲਣੀਆਂ ਚਾਹੀਦੀਆਂ। ਮੈਂ ਪ੍ਰੇ ਕਰਦੀ ਹਾਂ ਕਿ ਬਠਿੰਡਾ ਮੂਵੀਜ਼ ਦਾ ਹੱਬ ਬਣ ਜਾਵੇ। ਸਤਿ ਸ਼੍ਰੀ ਅਕਾਲ ਜੀ, ਮੈਂ ਅੰਮ੍ਰਿਤ ਗਿੱਲ। ਬਠਿੰਡਾ ਫਿਲਮ ਫੈਸਟੀਵਲ ਦੇ ਵਿੱਚ ਪਹੁੰਚ ਕੇ ਮੈਨੂੰ ਬਹੁਤ ਹੀ ਜ਼ਿਆਦਾ
ਵਧੀਆ ਲੱਗਿਆ। ਮੈਂ ਆਪਦੇ ਆਪ ਨੂੰ ਬਹੁਤ ਜ਼ਿਆਦਾ ਅਮੀਰ ਮਹਿਸੂਸ ਕਰ ਰਹੀ ਹਾਂ ਕਿ 2-3 ਘੰਟੇ ਦੇ ਵਿੱਚ ਕਾਫੀ ਕੁਝ ਸਿੱਖ ਕੇ ਲਰਨ ਕਰਕੇ ਜਾ ਰਹੀ ਹਾਂ। ਅਮਰਦੀਪ ਸਿੰਘ ਗਿੱਲ ਜੀ ਆਏ ਸੀਗੇ ਸਾਡੇ ਮੁੱਖ ਮਹਿਮਾਨ ਅੱਜ ਦੇ। ਉਹਨਾਂ ਦੀਆਂ ਗੱਲਾਂ ਨੇ ਬਹੁਤ ਪ੍ਰਭਾਵਿਤ ਕੀਤਾ ਕਿ ਜਿਵੇਂ ਉਹਨਾਂ ਨੇ ਕਿਹਾ, ਮੈਂ 7 ਸਾਲ ਦੇ ਨੇ ਸੋਚ ਲਿਆ ਸੀ ਵੀ ਮੈਂ ਫਿਲਮਾਂ ਬਣਾਇਆ ਕਰੂੰਗਾ। ਔਰ ਇੱਕ ਚੀਜ਼ ਬੜੀ ਹੋਰ ਦਿਲਚਸਪ ਕਹੀ ਉਹਨਾਂ ਨੇ ਕਿ ਜਿਹੜੀ ਸ਼ਾਰਟ ਫਿਲਮ ਹੁੰਦੀ ਹੈ ਨਾ, ਇਹ ਲਵ ਮੈਰਿਜ ਵਰਗੀ ਹੁੰਦੀ ਹੈ, ਜਿਹਦੇ ਵਿੱਚ ਸਾਰਾ ਕੁਝ ਤੁਹਾਨੂੰ ਆਪ ਹੀ ਕਰਨਾ ਪੈਂਦਾ, ਡਾਇਰੈਕਸ਼ਨ ਵੀ, ਐਡੀਟਿੰਗ ਵੀ, ਸਕ੍ਰਿਪਟ ਰਾਈਟਿੰਗ ਵੀ, ਮੂਵੀ ਵੀ। ਔਰ ਜਿਹੜੀ ਵੱਡੀ ਫਿਲਮ ਹੁੰਦੀ ਹੈ ਇਹ ਇੱਕ ਅਰੇਂਜ ਮੈਰਿਜ ਵਰਗੀ ਹੁੰਦੀ ਹੈ। ਦਿਸ ਇਜ਼ ਟੋਟਲੀ ਟਰੂ। ਔਰ ਬਹੁਤ ਸਾਰੀਆਂ 13 ਟੀਮਾਂ ਆਈਆਂ ਸੀਗੀਆਂ, 13 ਟੀਮਾਂ ਦੀਆਂ ਮੂਵੀਜ਼ ਦੇਖੀਆਂ। ਸਾਰੀਆਂ ਐਂ ਲੱਗਦਾ ਸੀ ਜਿਵੇਂ ਅਸੀਂ ਰਿਐਲਿਟੀ ਦੇਖ ਰਹੇ ਹਾਂ, ਰਿਐਲਿਟੀ ਦੇ ਨਾਲ ਬਹੁਤ ਹੀ ਨੇੜੇ ਸੀਗੀਆਂ। ਮੈਨੂੰ ਕੋਵਿਡ ਪੀਰੀਅਡ ਕਾਫੀ ਅੱਛੀ ਲੱਗੀ ਕਿਉਂਕਿ ਮੈਂ ਆਪਦੇ ਉੱਤੇ ਆਪਦੇ ਪਰਿਵਾਰ ਨੂੰ ਇਹ ਫਿਲਮ ਹੰਡਾਉਂਦੇ ਹੋਏ ਵੇਖਿਆ। ਔਰ ਮੈਂ ਰਣਜੀਤ ਜੀ ਦਾ ਨੂੰ ਬੜਾ ਕੰਗ੍ਰੈਚੁਲੇਸ਼ਨਸ ਕਹਿੰਦੀ ਹਾਂ ਵੀ ਜਿਨ੍ਹਾਂ ਦੇ ਉੱਦਮ ਸਦਕਾ ਪੂਰੀ ਟੀਮ ਨੂੰ ਕੰਗ੍ਰੈਚੁਲੇਸ਼ਨਸ ਕਹਿੰਦੀ ਹਾਂ ਕਿ ਜਿਨ੍ਹਾਂ ਦੇ ਉੱਦਮ ਸਦਕਾ ਬਠਿੰਡਾ ਫਸਟ ਫਿਲਮ ਫੈਸਟੀਵਲ ਹੋ ਸਕਿਆ। ਔਰ ਆਪਾਂ ਉਮੀਦ ਕਰਾਂਗੇ ਕਿ ਹਰ ਸਾਲ ਜਾਂ ਸਾਲ 'ਚ 2 ਵਾਰ ਇਹੋ ਜਿਹੇ ਫਿਲਮ ਫੈਸਟੀਵਲਸ ਹੋਇਆ ਕਰਨ ਅਤੇ ਬਠਿੰਡੇ ਦਾ ਨਾਂ ਫਿਲਮ ਫੈਸਟੀਵਲਸ ਦੇ ਨਾਲ ਹੋਰ ਮਸ਼ਹੂਰ ਹੋਵੇ ਕਿ ਜਿਹੜੇ ਬਠਿੰਡੇ ਦੇ ਲੋਕ ਨੇ ਇਹ ਹਰ ਚੀਜ਼ 'ਚ ਮੋਢੀ ਨੇ। ਬਠਿੰਡੇ ਵਾਲਿਆਂ ਨੇ ਆਪਦਾ ਫਿਲਮ ਫੈਸਟੀਵਲ ਸ਼ੁਰੂ ਕੀਤਾ ਔਰ ਇਹ ਦੁਨੀਆ ਦੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਦੁਨੀਆ ਦੇ ਵੱਡੇ ਫਿਲਮ ਫੈਸਟੀਵਲਾਂ 'ਚੋਂ ਇੱਕ ਹੋਏਗਾ। ਇਹ ਮੇਰੀਆਂ ਦਿਲ ਦੀਆਂ ਸ਼ੁਭ ਇਛਾਵਾਂ ਨੇ ਟੀਮ ਦੇ ਨਾਲ। ਐਂਡ ਬਹੁਤ ਵਧੀਆ ਸੀਗਾ, ਬਹੁਤ ਜ਼ਿਆਦਾ ਇੰਜੋਏ ਕੀਤਾ। ਥੈਂਕ ਯੂ ਜੀ। ਮੇਰਾ ਨਾਮ ਮਨੀਸ਼ ਪਾਂਧੀ ਹੈ ਜੀ। ਫਿਲਮ ਫੈਸਟੀਵਲ ਦੇ ਐਜ਼ ਏ ਇਵੈਂਟ ਮੈਨੇਜਰ ਦੇ ਤੌਰ ਤੇ ਮੈਂ ਇੱਥੇ ਸੇਵਾ ਨਿਭਾ ਰਿਹਾ ਅਤੇ ਡੇ ਫਸਟ ਅੱਜ ਸਾਡਾ ਸੀਗਾ ਔਰ ਸਾਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਬਠਿੰਡਾ ਵਾਸੀਆਂ ਵੱਲੋਂ। ਔਰ ਜਿੱਥੇ ਕਿ 50 ਐਂਟਰੀ ਆਈਆਂ ਸੀ, 50 ਐਂਟਰੀ ਦੇ ਵਿੱਚੋਂ 13 ਫਿਲਮਾਂ ਅਸੀਂ ਸ਼ਾਰਟ ਲਿਸਟ ਕੀਤੀਆਂ ਸੀ। ਔਰ ਇੱਥੇ ਬਠਿੰਡਾ ਦੀ ਜਿਊਰੀ ਆਈ ਸੀਗੀ, ਉਹਨਾਂ ਨੇ ਆਪਣੇ ਵਿੱਤ ਦੇ ਹਿਸਾਬ ਨਾਲ ਆਪਦੀ ਕਾਬਲੀ ਦੇ ਹਿਸਾਬ ਨਾਲ ਜਿਹੜੀਆਂ 13 ਫਿਲਮਾਂ ਦੇ ਵਿੱਚੋਂ 3 ਜਿਹੜੇ ਫਸਟ ਸੈਕਿੰਡ ਥਰਡ ਕੱਢੇ ਔਰ 2 ਜਿਹੜੇ ਸੀ ਫਿਲਮਾਂ ਨੂੰ ਇੱਕ ਐਪਰੀਸ਼ੀਏਸ਼ਨ ਔਰ ਸਪੈਸ਼ਲ ਫਿਲਮ ਦੇ ਅਵਾਰਡ ਦੇ ਨਾਲ ਅੱਜ ਦਿੱਤਾ ਗਿਆ। ਔਰ ਸਾਡਾ ਜਿਹੜਾ ਫਸਟ ਇਵੈਂਟ ਸੀਗਾ ਇਹ ਬੜਾ ਸਕਸੈਸ ਗਿਆ। ਬਾਕੀ ਤਾਂ ਤੁਸੀਂ ਸਰੋਤੇ ਰੰਗੀਲਾ ਭਾਜੀ ਦੇ ਨਾਲ ਜੁੜ ਕੇ ਸਾਨੂੰ ਦੱਸ ਸਕਦੇ ਹੋ ਕਿ ਸਾਡੀਆਂ ਕਮੀਆਂ ਕੀ ਰਹਿ ਗਈਆਂ ਔਰ ਜਿਹੜੀਆਂ ਕਮੀਆਂ ਸਾਡੀਆਂ ਇਸ ਫਸਟ ਦੇ ਵਿੱਚ ਰਹੀਆਂ ਤਾਂ ਉਹ ਕਮੀਆਂ ਨੂੰ ਅਸੀਂ ਅੱਗੇ ਆਉਣ ਵਾਲੇ 6 ਮਹੀਨਿਆਂ ਬਾਅਦ, ਸਾਲ ਬਾਅਦ ਜਿਹੜਾ ਵੀ ਸਾਡਾ ਨੈਕਸਟ ਪਲਾਨ ਹੋਊਗਾ ਉਹਦੇ ਵਿੱਚ ਅਸੀਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ। ਕਿਉਂਕਿ ਜਿਵੇਂ ਕਿ ਗਿੱਲ ਸਾਹਿਬ ਨੇ ਵੀ ਦੱਸਿਆ, ਅਮਰਦੀਪ ਗਿੱਲ ਭਾਜੀ ਨੇ ਵੀ ਦੱਸਿਆ ਕਿ ਜਿਹੜੀ ਇਹ ਬਜਟ ਹੁੰਦਾ ਇਹ ਆਪਦੀ ਜੇਬ 'ਚੋਂ ਲਗਾ ਕੇ ਆਪਦਾ ਘਰ ਫੂਕ ਕੇ ਤਮਾਸ਼ਾ ਦੇਖਣ ਵਾਲਾ ਹੁੰਦਾ। ਵੱਡੀਆਂ ਫਿਲਮਾਂ ਦੇ ਬਜਟ ਹੁੰਦੇ ਆ, ਛੋਟੀਆਂ ਫਿਲਮਾਂ ਦੇ ਆਪ ਜਿਵੇਂ ਕਹਿੰਦੇ ਆ ਕਿ ਕੰਘੀ ਵੀ ਆਪ ਕਰਨੀ ਅਤੇ ਕੱਪੜੇ ਵੀ ਆਪ ਪ੍ਰੈਸ ਕਰਨੇ, ਸਾਰਾ ਕੰਮ ਆਪ ਕਰਨਾ ਪੈਂਦਾ। ਔਰ ਜਿਵੇਂ ਜਿਵੇਂ ਅੱਗੇ ਨਾਲ ਸਾਡੇ ਜਿਵੇਂ ਕਿ ਬਠਿੰਡਾ ਤੋਂ ਅੱਛੇ ਜਿਹੜੇ ਮੈਂਬਰ ਸਾਡੇ ਨਾਲ ਜੁੜ ਰਹੇ ਨੇ ਔਰ ਉਮੀਦ ਹੈ ਕਿ ਜੋ ਅੱਜ ਕੀਤਾ ਉਸ ਤੋਂ ਅੱਛਾ ਕਰਨ ਦੀ ਕੋਸ਼ਿਸ਼ ਕਰਾਂਗੇ।